ਸਵੰਜੋ ਤੋਂ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਇਸ ਕਲਾਸ ਦੇ ਵਿੱਚ ਅਸੀਂ ਗੱਲ ਕਰਾਂਗੇ ਸਿੰਧੂ ਘਾਟੀ ਦੀ ਸੱਭਿਅਤਾ, ਜੋ ਇੰਡਸ ਸਿਵਲਾਈਜੇਸ਼ਨ ਜਿਹੜੀ ਸੱਭਿਅਤਾ ਹੈ, ਜਿਹਨੂੰ ਕਿ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੋ ਹਿਸਟਰੀ ਆਫ ਇੰਡੀਆ ਦਾ ਜਿਹੜਾ ਇਹ ਟੌਪਿਕ ਹੈ, ਸੋ ਇਸ ਨੂੰ ਆਪਾਂ ਡਿਸਕਸ ਕਰਾਂਗੇ। ਸੋ ਇਹ ਤੁਹਾਨੂੰ NTT ਪਟਵਾਰੀ, PSPCL, ਪੰਜਾਬ ਪੁਲਿਸ, PSSSB ਵਾਲੀਆਂ ਪੋਸਟਾਂ ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਇਸ ਤੋਂ ਇਲਾਵਾ ਹੋਰ ਵੀ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਹੈਲਪਫੁਲ ਰਹੂਗਾ। ਸੋ ਇਹ ਅੱਜ ਦੇ ਪਾਰਟ ਦੇ ਵਿੱਚ ਅਸੀਂ ਥਿਊਰੀ ਡਿਸਕਸ ਕਰਾਂਗੇ ਔਰ ਇਸ ਤੋਂ ਬਾਅਦ ਜਿਹੜੇ MCQ ਨੇ ਉਸ ਦੀਆਂ ਕਲਾਸਿਸ ਤੁਹਾਨੂੰ ਮਿਲ ਜਾਣਗੀਆਂ ਨੈਕਸਟ ਜਲਦੀ ਹੀ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ। ਸੋ ਇੰਡਸ ਸਿਵਲਾਈਜੇਸ਼ਨ ਜਿਹੜੀ ਹੈ ਭਾਰਤ ਦੀ ਸਭ ਤੋਂ ਪ੍ਰਾਚੀਨ ਅਤੇ ਸਭ ਤੋਂ ਗੌਰਵਮਈ, ਸਭ ਤੋਂ ਪ੍ਰਸਿੱਧ ਜਿਹੜੀ ਸੱਭਿਅਤਾ ਮੰਨੀ ਜਾਂਦੀ ਹੈ। ਸੋ ਇਸ ਦੀ ਖੋਜ ਦੀ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਇਸ ਦੀ ਖੋਜ ਜਿਹੜੀ ਹੈ, ਡਿਸਕਵਰੀ ਜਿਹੜੀ ਹੈ ਉਹ ਕਦੋਂ ਹੋਈ ਹੈ। ਸੋ 1921 ਦੇ ਵਿੱਚ ਸਭ ਤੋਂ ਪਹਿਲਾਂ ਇਸ ਦੀ ਖੋਜ ਕੀਤੀ ਸੀ। RB ਦਯਾਰਾਮ ਸਾਹਨੀ ਨੇ ਜਿਹੜਾ ਹੈ ਇਸ ਦੀ ਸਭ ਤੋਂ ਪਹਿਲਾਂ ਖੋਜ ਕੀਤੀ ਸੀਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਾਫੀ ਸਾਰੇ ਜਿਹੜੇ ਸਥਾਨ ਖੋਜੇ ਗਏ ਸੀ, ਬਟ ਇਹ ਪਹਿਲਾ ਸਥਾਨ ਸੀ ਜਿਸ ਨੂੰ ਐਗਜ਼ੈਕਟ ਰੂਪ ਦੇ ਵਿੱਚ ਜਿਹੜੀ ਖੋਜ ਕੀਤੀ ਸੀਗੀ RB ਦਯਾਰਾਮ ਸਾਹਨੀ ਨੇ। ਸੋ ਪਹਿਲਾ ਵਿਅਕਤੀ ਸੀਗਾ, ਸੋ ਇਸ ਨੇ ਜਿਹੜਾ ਹੈ ਸਭ ਤੋਂ ਪਹਿਲਾਂ ਇਸ ਦੀ ਖੋਜ ਕੀਤੀ ਸੀ। ਸਿੰਧੂ ਘਾਟੀ ਦੀ ਸੱਭਿਅਤਾ ਦਾ ਪਹਿਲਾ ਸਥਾਨ ਜਿਹੜਾ ਸੀ ਉਹ ਹੜੱਪਾ ਦਾ ਸਥਾਨ ਸੀਗਾ, ਜਿਸ ਨੂੰ ਸਭ ਤੋਂ ਪਹਿਲਾਂ ਖੋਜਿਆ ਗਿਆ ਸੀ 1921 ਦੇ ਵਿੱਚ। ਔਰ ਇਹ ਹੜੱਪਾ ਨਾਮਕ ਸਥਾਨ ਸੀ ਜਿਹੜਾ ਇਹ ਮਿੰਟਗੁਮਰੀ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ, ਜੋ ਕਿ ਪੱਛਮੀ ਪੰਜਾਬ ਯਾਨੀ ਕਿ ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਸੋ ਉਸ ਸਥਾਨ ਵਿਖੇ ਸਥਿਤ ਹੈ। ਇਸ ਨੂੰ 1921 ਦੇ ਵਿੱਚ ਜਿਹੜਾ ਖੋਜ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਦੂਸਰੀ ਖੋਜ ਜਿਹੜੀ ਹੈ ਉਹ 1922 ਦੇ ਵਿੱਚ ਕੀਤੀ, RD ਬੈਨਰਜੀ ਨੇ ਕੀਤੀ ਹੈਗੀ। ਔਰ ਇਸ ਖੋਜ ਦੇ ਦੌਰਾਨ ਹੜੱਪਾ ਸੱਭਿਅਤਾ ਦਾ ਇੱਕ ਹੋਰ ਮਹੱਤਵਪੂਰਨ ਸਥਾਨ ਮਹੰਜੋ-ਦੜੋ ਜਿਹੜਾ ਹੈ ਉਸ ਦੀ ਖੋਜ ਕੀਤੀ 1922 ਦੇ ਵਿੱਚ। ਸੋ ਇਹ ਦੋਨੋਂ ਹੀ ਸਥਾਨ ਵੈਰੀ ਇੰਪੋਰਟੈਂਟ ਨੇ, ਸੋ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਔਰ ਇਸ ਤੋਂ ਬਾਅਦ ਤੀਸਰੀ ਜਿਹੜੀ ਹੈ ਪੁਰਾਤੱਤਵ ਵਿਭਾਗ ਦੇ ਮੁਖੀ ਸਰ ਜਨ ਮਾਰਸ਼ਲ, ਸੋ ਇਹਨਾਂ ਨੇ ਵੀ ਕਾਫੀ ਸਾਰੇ ਜਿਹੜੇ ਸਥਾਨ ਹੈ ਉਹਨਾਂ ਦੀ ਖੋਜ ਕੀਤੀ। ਔਰ ਇਹਨਾਂ ਨੇ ਇਹ ਖੁਦਵਾਈ ਜਿਹੜੀ ਹੈ, ਇਸ ਦੀ ਖੋਜ ਜਿਹੜੀ ਹੈ ਉਹ 1931 ਦੇ ਵਿੱਚ ਕੀਤੀ ਸੀ, ਜਿਹਦੇ ਦੌਰਾਨ ਕਾਫੀ ਸਾਰੇ ਸਥਾਨ ਹੋਰ ਖੋਜੇ ਗਏ ਸੀਗੇ। ਸ਼ੁਰੂ ਦੇ ਵਿੱਚ ਸੱਭਿਅਤਾ ਦੇ ਕੇਂਦਰ ਦਾ ਜਿਹੜਾ ਮੁੱਖ ਰੂਪ ਦੇ ਵਿੱਚ ਸਿੰਧ ਨਦੀ ਦੇ ਕੰਢੇ ਦੇ ਵਿੱਚ ਮਿਲਿਆ ਸੀਗਾ, ਯਾਨੀ ਕਿ ਸਿੰਧ ਨਦੀ, ਇੰਡਸ ਜਿਹੜੀ ਹੈ ਨਦੀ, ਉਸ ਕੰਢੇ ਦੇ ਉੱਪਰ ਇਹ ਸੱਭਿਅਤਾ ਮਿਲੀ ਸੀ, ਜਿਹਦੇ ਆਧਾਰ ਦੇ ਉੱਪਰ ਇਸ ਸੱਭਿਅਤਾ ਦਾ ਨਾਮ ਵੀ ਜਿਹੜਾ ਹੈ ਉਹ ਸਿੰਧੂ ਘਾਟੀ ਦੀ ਸੱਭਿਅਤਾ ਰੱਖ ਦਿੱਤਾ ਗਿਆ ਸੀ, ਜਾਂ ਇੰਡਸ ਸਿਵਲਾਈਜੇਸ਼ਨ ਜਿਹੜਾ ਹੈ ਉਹ ਨਾਮ ਘੋਸ਼ਿਤ ਕਰ ਦਿੱਤਾ ਗਿਆ ਸੀ, ਕਿਉਂਕਿ ਪ੍ਰਮੁੱਖ ਨਦੀ ਉਹੀ ਸੀਗੀ ਜਿਹਦੇ ਕਿਨਾਰੇ ਉੱਪਰ ਇਹ ਸ਼ਹਿਰ ਜਿਹੜੀ ਹੈ, ਇਹ ਸੱਭਿਅਤਾ ਜਿਹੜੀ ਹੈ ਉਹ ਵਸੀ ਹੋਈ ਸੀਗੀ। ਸੋ ਨੈਕਸਟ ਹੈ ਵਿਸਤਾਰ ਦੀ ਗੱਲ ਕਰਦੇ ਹਾਂ। ਸੋ ਇੰਡਸ ਸਿਵਲਾਈਜੇਸ਼ਨ ਦੀ ਜਿਹੜੀ ਸੱਭਿਅਤਾ ਸੀਗੀ, ਸੋ ਇਹ ਕਿਹੜੇ ਸਥਾਨਾਂ ਦੇ ਵਿੱਚ, ਕਿਹੜੇ ਰਾਜਾਂ ਦੇ ਵਿੱਚ ਫੈਲੀ ਹੋਈ ਸੀ। ਸੋ ਪ੍ਰਮੁੱਖ ਤੌਰ ਦੇ ਉੱਪਰ ਇੰਡਸ ਸਿਵਲਾਈਜੇਸ਼ਨ ਜਿਹੜੀ ਹੈ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ। ਔਰ ਇਹ ਸੱਭਿਅਤਾ ਦਾ ਜਿਹੜਾ ਐਕਸਟੈਂਡ ਸੀਗਾ ਉਹ ਪਾਕਿਸਤਾਨ ਦੀ ਸਿੰਧ ਨਦੀ ਦੇ ਯਾਨੀ ਕਿ ਸਿੰਧ ਖੇਤਰ ਦੇ ਵਿੱਚੋਂ ਜਿਹੜਾ ਹੈ ਸ਼ੁਰੂ ਹੁੰਦਾ ਸੀ। ਸੋ ਸਾਰੀ ਦੀ ਸਾਰੀ ਜਿਹੜੀ ਇੰਡਸ ਸਿਵਲਾਈਜੇਸ਼ਨ ਆਉਂਦੀ ਹੈ, ਸੋ ਇੰਡਸ ਰਿਵਰ ਦੇ ਨਾਲ ਹੈ। ਔਰ ਦੂਸਰੀ ਇਸ ਤੋਂ ਬਾਅਦ ਉੱਤਰ ਪੱਛਮੀ ਸੀਮਾ ਜਿਹੜੀ ਪੰਜਾਬ ਅਤੇ ਬਲੂਚਿਸਤਾਨ ਤੱਕ ਹੈ, ਸੋ ਉੱਥੋਂ ਤੱਕ ਫੈਲੀ ਹੋਈ ਸੀਗੀ। ਇਸ ਤੋਂ ਇਲਾਵਾ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਖੇਤਰਾਂ ਦੇ ਵਿੱਚ ਵੀ ਇਸ ਸੱਭਿਅਤਾ ਦੇ ਕਾਫੀ ਸਾਰੇ ਜਿਹੜੇ ਕੇਂਦਰ ਨੇ ਉਹ ਮਿਲੇ ਸੀਗੇ। ਅਗਰ ਅਸੀਂ ਹੜੱਪਾ ਸੱਭਿਅਤਾ ਦੇ ਕੁੱਲ ਖੇਤਰਫਲ ਦੀ ਗੱਲ ਕਰੀਏ, ਜਿਹਦੇ ਵਿੱਚ ਸਾਰੇ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਖੇਤਰ ਉਹ ਮਿਲਾਏ ਜਾਣ, ਤਾਂ ਤਕਰੀਬਨ ਮੋਸਟਲੀ ਜਿਹੜਾ ਹੈ 1,99,600 ਵਰਗ ਕਿਲੋਮੀਟਰ ਖੇਤਰ ਦੇ ਵਿੱਚ ਜਿਹੜਾ ਹੈ ਇਹ ਵਾਲਾ ਖੇਤਰ ਫੈਲਿਆ ਹੋਇਆ ਹੈਗਾ, ਜਿਹਦੇ ਵਿੱਚ ਇੰਡਸ ਸਿਵਲਾਈਜੇਸ਼ਨ ਜਿਹੜੀ ਹੈ ਉਹ ਨਿਵਾਸ ਕਰਦੀ। ਸੋ ਕਾਫੀ ਪੁਰਾਣੀ ਔਰ ਕਾਫੀ ਜਿਹੜੀ ਡਿਵੈਲਪਡ ਸੱਭਿਅਤਾ ਇਸ ਨੂੰ ਮੰਨਿਆ ਜਾਂਦਾ ਸੀਗਾ। ਗੱਲ ਕਰਦੇ ਹਾਂ ਪੀਰੀਅਡ ਦੀ। ਸੋ ਹੜੱਪਾ ਸੱਭਿਅਤਾ ਜਿਹੜਾ ਪੀਰੀਅਡ ਹੈ ਵੱਖ-ਵੱਖ ਇਤਿਹਾਸਕਾਰਾਂ ਦੇ ਦੁਆਰਾ ਵੱਖ-ਵੱਖ ਕਿਹਾ ਜਾਂਦਾ ਹੈ, ਬਟ ਜ਼ਿਆਦਾਤਰ ਜਿਹੜਾ ਹੈ ਕੁਐਸਚਨ ਦੇ ਵਿੱਚ ਆਉਂਦਾ ਹੈ, ਸੋ ਉਹ ਇਸੇ ਕਾਲ ਦੇ ਵਿੱਚ ਆਉਂਦਾ ਹੈ ਜੋ ਇਸ ਦੇ ਵਿੱਚ ਮੈਂਸ਼ਨ ਕੀਤਾ ਹੈ, ਯਾਨੀ ਕਿ 2250 ਤੋਂ ਲੈ ਕੇ 1750 ਈਸਵੀ ਪੂਰਵ ਤੱਕ। ਹਾਲਾਂਕਿ ਬੁੱਕਸ ਦੇ ਵਿੱਚ ਜਾਂ ਤੁਸੀਂ ਹੋਰ ਲੈਕਚਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੇ ਜਿਹੜੇ ਸਾਲ ਨੇ ਉਹ ਮੈਂਸ਼ਨ ਕੀਤੇ ਹੋਏ ਨੇ, ਬਟ ਜ਼ਿਆਦਾਤਰ ਜਿਹੜਾ ਕੁਐਸਚਨ ਦੇ ਵਿੱਚ ਆਉਂਦਾ ਹੈ ਕੰਪੀਟੀਸ਼ਨ ਦੇ ਵਿੱਚ, ਸੋ ਇਸ ਡੇਟ ਨੂੰ ਮੈਂਸ਼ਨ ਕੀਤਾ ਜਾਂਦਾ ਹੈ, ਜੋ ਕਿ 2250 ਤੋਂ ਲੈ ਕੇ 1750 ਈਸਵੀ ਪੂਰਵ ਤੱਕ ਦਾ ਸਮਾਂ ਸੀਗਾ।
ਇਹ ਸੱਭਿਅਤਾ ਲਗਭਗ ਅੱਜ ਤੋਂ ਜਿਹੜਾ ਹੈ 5000 ਸਾਲ ਪੁਰਾਣੀ ਮੰਨੀ ਜਾਂਦੀ ਹੈਗੀ ਅੱਜ ਤੋਂ, ਯਾਨੀ ਕਿ ਕਾਫੀ ਪੁਰਾਣੀ ਸੱਭਿਅਤਾ ਸੀ। ਬਟ ਭਾਰਤ ਦੀ ਸਭ ਤੋਂ ਪੁਰਾਣੀ ਗੌਰਵਮਈ, ਸਭ ਤੋਂ ਡਿਵੈਲਪਡ, ਸਭ ਤੋਂ ਆਧੁਨਿਕ ਜਿਹੜੀ ਕਹਿ ਸਕਦੇ ਹਾਂ, ਜਿਹੜਾ ਕਿ ਸਿਸਟਮ ਅਸੀਂ ਅੱਜ ਦੇਖਦੇ ਹਾਂ, ਯਾਨੀ ਕਿ ਸੜਕਾਂ ਵਗੈਰਾ, ਘਰ ਵਗੈਰਾ, ਜੋ ਸਿਸਟਮ ਅੱਜ ਦੇ ਸਮੇਂ ਦੇ ਵਿੱਚ ਪ੍ਰਚਲਿਤ ਹੈ, ਇਹ ਅੱਜ ਤੋਂ 5000 ਸਾਲ ਪਹਿਲਾਂ ਭਾਰਤ ਦੇ ਵਿੱਚ ਵੀ ਪ੍ਰਚਲਿਤ ਸੀਗਾ। ਸੋ ਜਿਹੜੀ ਕਿ ਇੰਡਸ ਸਿਵਲਾਈਜੇਸ਼ਨ ਦੇ ਨਾਮ ਨਾਲ ਜਾਣੀ ਜਾਂਦੀ ਸੀਗੀ। ਸੋ ਇਹ ਹੋਈ ਗੱਲ, ਕਦੋਂ ਖੋਜ ਹੋਈ, ਕਿਸ ਨੇ ਕੀਤੀ, ਸਭ ਤੋਂ ਪਹਿਲਾਂ ਕਿਸ ਨੇ ਖੋਜਿਆ, ਔਰ ਇਸ ਤੋਂ ਇਲਾਵਾ ਇਹਦਾ ਐਕਸਟੈਂਡ ਕਿੰਨਾ ਸੀਗਾ, ਕਿੰਨਾ ਖੇਤਰ ਬਣਦਾ ਹੈ। ਇਸ ਤੋਂ ਬਾਅਦ ਗੱਲ ਆਉਂਦੀ ਹੈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਿਹੜੇ ਪ੍ਰਮੁੱਖ ਕੇਂਦਰ ਨੇਗੇ। ਸੋ ਜ਼ਿਆਦਾ 9 ਹੀ ਨੇਗੇ, ਇਹਨਾਂ ਬਾਰੇ ਹੀ ਅਕਸਰ ਕੁਐਸਚਨ ਆਉਂਦੇ ਹੁੰਦੇ ਨੇ। ਸੋ 9 ਦੇ 9 ਜਿਹੜੇ ਮੈਂਸ਼ਨ ਕੀਤੇ ਨੇ। ਸੋ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਕੁਐਸਚਨ ਇਹੀ ਬਣਦਾ ਹੁੰਦਾ ਹੈ ਕਿ ਇਹ ਜਿਹੜੇ ਖੇਤਰ ਨੇਗੇ ਕਿਹੜੇ ਰਾਜ ਦੇ ਵਿੱਚ ਪੈਂਦੇ ਨੇਗੇ, ਕਿਹੜੇ ਦੇਸ਼ ਦੇ ਵਿੱਚ ਨੇਗੇ, ਕਿਹੜੀ ਨਦੀ ਦੇ ਉੱਪਰ ਸਥਿਤ ਨੇਗੇ, ਇਹ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਸੋ ਸਾਰੇ ਹੀ ਮੈਂਸ਼ਨ ਕੀਤੇ ਨੇ। ਸੋ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੁਣ ਤੱਕ ਜਿਹੜੇ ਹੈ ਤੁਹਾਨੂੰ 300 ਕੇਂਦਰਾਂ ਦੀ ਜਿਹੜੀ ਖੋਜ ਜਿਹੜਾ ਹੈ ਨਵੀਆਂ ਬੁੱਕਸ ਦੇ ਵਿੱਚ ਮਿਲ ਜਾਵੇਗੀ, ਯਾਨੀ ਕਿ ਪੁਰਾਣੀਆਂ ਬੁੱਕਸ ਦੇ ਵਿੱਚ 250 ਦੇ ਕਰੀਬ ਦੱਸਿਆ ਜਾਂਦਾ ਹੈ, ਬਟ ਮਾਡਰਨ ਜਿਹੜੀਆਂ ਨਵੀਆਂ ਬੁੱਕਸ ਆ ਗਈਆਂ ਨੇ ਉਹਨਾਂ ਦੇ ਵਿੱਚ 300 ਕੇਂਦਰਾਂ ਦੀ ਜਿਹੜੀ ਖੋਜ ਹੈ ਉਹ ਹੋ ਚੁੱਕੀ ਹੈਗੀ ਹੈ, ਜੋ ਕਿ ਇੰਡਸ ਸਿਵਲਾਈਜੇਸ਼ਨ ਦੇ ਨਾਲ ਮਿਲਦੇ ਹੈਗੇ ਨੇ। ਸੋ ਗੱਲ ਕਰਦੇ ਹਾਂ ਕੇਂਦਰਾਂ ਦੀ, ਪ੍ਰਮੁੱਖ ਕੇਂਦਰਾਂ ਦੀ। ਤਾਂ ਸਭ ਤੋਂ ਪਹਿਲਾ ਕੇਂਦਰ ਸੀ ਜਿਹੜਾ ਉਹ ਹੜੱਪਾ ਦਾ ਸੀਗਾ। ਹੜੱਪਾ ਸਥਾਨ ਸੀ ਜਿਸ ਨੂੰ ਸਭ ਤੋਂ ਪਹਿਲੀ ਵਾਰ ਜਿਹੜਾ ਹੈ ਇਸ ਦੇ ਅਧੀਨ ਖੋਜਿਆ ਗਿਆ ਸੀਗਾ। ਸੋ ਹੜੱਪਾ ਜਿਹੜਾ ਹੈ ਉਹ ਪੱਛਮੀ ਪੰਜਾਬ ਮੀਨਸ ਪਾਕਿਸਤਾਨ ਦੇ ਵਿੱਚ ਮਿੰਟਗੁਮਰੀ ਜ਼ਿਲ੍ਹਾ ਜਿਹੜਾ ਹੈ ਉੱਥੇ ਸਥਿਤ ਹੈ, ਜੋ ਕਿ ਲਾਹੌਰ ਤੋਂ ਤਕਰੀਬਨ 160 ਕਿਲੋਮੀਟਰ ਦੂਰ ਹੈ। ਔਰ ਇਹ ਜਿਹੜਾ ਸ਼ਹਿਰ ਸੀਗਾ, ਹੜੱਪਾ ਜਿਹੜਾ ਸ਼ਹਿਰ ਸੀਗਾ, ਇਹ ਰਾਵੀ ਨਦੀ ਦੇ ਕੰਢੇ ਦੇ ਉੱਪਰ ਸਥਿਤ ਸੀ। ਸੋ ਵੈਰੀ ਇੰਪੋਰਟੈਂਟ ਹੈ, ਇਸ ਨੂੰ ਪਲੀਜ਼ ਯਾਦ ਰੱਖ ਲੈਣਾ। ਓਕੇ। ਸੋ ਹੜੱਪਾ ਸੱਭਿਅਤਾ ਸੀ ਜਿਹੜੀ, ਜਾਂ ਹੜੱਪਾ ਨਗਰ ਸੀ ਜਿਹੜਾ, ਇਹ ਸਭ ਤੋਂ ਪਹਿਲਾ ਨਗਰ ਸੀ ਜਿਸ ਨੂੰ ਇੰਡਸ ਸਿਵਲਾਈਜੇਸ਼ਨ ਦੇ ਅਧੀਨ ਖੋਜਿਆ ਗਿਆ ਸੀ। ਇਹ ਪਹਿਲਾ ਨਗਰ ਸੀਗਾ, ਵੈਰੀ ਇੰਪੋਰਟੈਂਟ ਹੈ। ਓਕੇ। ਔਰ ਇਸ ਇਸ ਸ਼ਹਿਰ ਦੀ ਜਿਹੜੀ ਹੈ ਖੋਜ ਹੈ ਉਹ 1921 ਦੇ ਵਿੱਚ ਕੀਤੀ ਸੀਗੀ, ਅਤੇ ਆਰ.ਪੀ. ਦਿਆਰ ਰਾਮ ਸਾਹਨੀ ਨੇ ਜਿਹੜਾ ਹੈ ਇਸ ਖੋਜ ਨੂੰ ਕੰਪਲੀਟ ਕੀਤਾ ਸੀਗਾ। ਇਹ ਵੈਰੀ ਇੰਪੋਰਟੈਂਟ ਹੈ, ਇਸ ਨੂੰ ਵੀ ਧਿਆਨ 'ਚ ਰੱਖਣਾ। ਔਰ ਹੜੱਪਾ ਜਿਹੜਾ ਨਗਰ ਸੀਗਾ ਉਹ ਤਕਰੀਬਨ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਫੈਲਿਆ ਹੋਇਆ ਸੀ। ਚਾਰੋਂ ਤਰਫ ਤੋਂ ਅਗਰ ਗੱਲ ਕਰੀਏ ਤਾਂ ਟੋਟਲ ਜਿਹੜਾ ਹੈ 5 ਕਿਲੋਮੀਟਰ ਦਾ ਖੇਤਰ ਸੀਗਾ। ਔਰ ਇਹ ਸ਼ਹਿਰ ਇੰਨਾ ਡਿਵੈਲਪਡ ਸੀਗਾ, ਇਸ ਦੇ ਵਿੱਚ ਜਿਹੜੇ ਹੈ ਮਕਾਨ ਪੱਕੇ ਮਿਲਦੇ ਨੇ, ਸੜਕਾਂ ਜਿਹੜੀਆਂ ਉਹ ਬੜੀਆਂ ਵਧੀਆ ਤਰੀਕੇ ਨਾਲ ਬਣਾਈਆਂ ਹੋਈਆਂ ਸੀ, ਗਲੀਆਂ ਅਤੇ ਸੜਕਾਂ ਜਿਹੜੀਆਂ ਉਹ ਚੌੜੀਆਂ ਵੀ ਸੀ, ਅਤੇ ਵਧੀਆ ਤਰੀਕੇ ਦੇ ਨਾਲ ਜਿਵੇਂ ਕਿ ਅੱਜ ਸਾਨੂੰ ਦੇਖਣ ਨੂੰ ਮਿਲਦਾ ਹੈ ਉਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਸੀਗੀਆਂ। ਰਾਤ ਦੇ ਸਮੇਂ ਗਲੀਆਂ ਦੇ ਵਿੱਚ ਜਿਹੜਾ ਹੈ ਰੌਸ਼ਨੀ ਦਾ ਵੀ ਪ੍ਰਬੰਧ ਸੀਗਾ, ਤਾਂ ਕਿ ਰਾਤ ਸਮੇਂ ਜੇਕਰ ਕੋਈ ਆ ਰਿਹਾ ਹੈ ਤਾਂ ਉਸ ਦੀ ਵੀ ਜਿਹੜੀ ਹੈ ਸੁਰੱਖਿਆ ਉਸ ਨੂੰ ਪ੍ਰੋਵਾਈਡ ਕੀਤੀ ਜਾ ਸਕੇ। ਇਸ ਤੋਂ ਇਲਾਵਾ ਦੁਸ਼ਮਣਾਂ ਤੋਂ ਸੁਰੱਖਿਆ ਦੇ ਲਈ ਇਸ ਨਗਰ ਦੇ ਚਾਰੋਂ ਤਰਫ ਜਿਹੜੀ ਹੈ ਇੱਕ ਦੀਵਾਰ ਬਣੀ ਹੋਈ ਸੀ, ਤਾਂ ਕਿ ਕੋਈ ਵਿਦੇਸ਼ੀ ਵਿਅਕਤੀ ਜਿਹੜਾ ਹੈ ਇਸ ਦੇ ਵਿੱਚ ਜਾਂ ਦੂਸਰਾ ਗੈਰ ਵਿਅਕਤੀ ਇਸ ਦੇ ਵਿੱਚ ਐਂਟਰ ਨਾ ਹੋ ਸਕੇ। ਉਸ ਤੋਂ ਸੁਰੱਖਿਆ ਦੇ ਲਈ ਦੀਵਾਰ ਬਣਾਈ ਗਈ ਸੀਗੀ। ਦੂਸਰਾ ਸਥਾਨ ਸੀਗਾ ਮਹੰਜੋਦੜੋ ਦਾ। ਪਹਿਲਾ ਹੜੱਪਾ ਹੈ, ਦੂਸਰਾ ਮਹੰਜੋਦੜੋ ਹੈ। ਸੋ ਇਹ ਦੂਸਰਾ ਜਿਹੜਾ ਸਥਾਨ ਸੀ ਮਹੱਤਵਪੂਰਨ, ਜਿਹਦੇ ਬਾਰੇ ਕਾਫੀ ਕੁਐਸਚਨ ਆਉਂਦੇ ਹੈਗੇ ਪਹਿਲੇ ਦੋ ਸਥਾਨਾਂ ਦੇ ਬਾਰੇ। ਔਰ ਇਹ ਸਿੰਧ ਪਾਕਿਸਤਾਨ ਦੇ ਵਿੱਚ ਹੀ ਲੜਕਾਣਾ ਜਿਹੜਾ ਜ਼ਿਲ੍ਹਾ ਹੈ ਉਸ ਦੇ ਵਿੱਚ ਸਥਿਤ ਹੈ। ਸੋ ਲੜਕਾਣਾ ਹੈ, ਠੀਕ ਹੈ, ਲੜਕਾਣਾ ਗੱਲ ਅੱਗੇ ਤੁਸੀਂ ਐਡਜਸਟ ਕਰ ਲੈਣਾ, ਸੋ ਉਸ ਲਈ ਮਾਫੀ ਚਾਹੁੰਦਾ। ਲੜਕਾਣਾ ਜ਼ਿਲ੍ਹਾ ਸੀ ਜਿਸ ਦੇ ਵਿੱਚ ਸਥਿਤ ਸੀਗਾ। ਔਰ ਮਹੰਜੋਦੜੋ ਸ਼ਬਦ ਦਾ ਜਿਹੜਾ ਅਰਥ ਬਣਦਾ ਹੈ ਉਹ ਹੈ ਮੁਰਦਿਆਂ ਦਾ ਟਿੱਲਾ। ਸੋ ਇਹ ਬਹੁਤ ਸਾਰੇ ਜਿਹੜੇ ਕੰਪੀਟੀਸ਼ਨ ਐਗਜ਼ਾਮ ਨੇ ਉਹਨਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਮਹੰਜੋਦੜੋ ਦਾ ਸ਼ਾਬਦਿਕ ਅਰਥ ਕੀ ਸੀਗਾ। ਮੁਰਦਿਆਂ ਦਾ ਟਿੱਲਾ ਜਿਹੜਾ ਹੈ ਉਹ ਇਸ ਨੂੰ ਆਖਿਆ ਜਾਂਦਾ ਸੀਗਾ। ਖੋਜ ਹੋਈ ਇਸ ਦੀ 1922 ਦੇ ਵਿੱਚ, ਅਤੇ ਆਰ.ਡੀ. ਬੈਨਰਜੀ ਦੇ ਦੁਆਰਾ ਇਸ ਖੋਜ ਨੂੰ ਜਿਹੜਾ ਹੈ ਕੰਪਲੀਟ ਕੀਤਾ ਗਿਆ ਸੀ। ਔਰ ਇਹ ਨਗਰ ਵੀ ਜਿਹੜਾ ਹੈ ਉਹ ਇੰਡਸ ਰਿਵਰ ਯਾਨੀ ਕਿ ਸਿੰਧ ਨਗਰ ਦੇ ਕਿਨਾਰੇ ਦੇ ਉੱਪਰ ਵਸਿਆ ਹੋਇਆ ਹੈ। ਸੋ ਇਹ ਨਦੀਆਂ ਜ਼ਰੂਰ ਯਾਦ ਰੱਖਣਾ। ਔਰ ਹੜੱਪਾ ਤੋਂ ਇਸ ਦੀ ਦੂਰੀ ਜਿਹੜੀ ਹੈ ਉਹ 483 ਕਿਲੋਮੀਟਰ ਦੂਰੀ ਜਿਹੜੀ ਹੈ ਉਹ ਪਾਈ ਜਾਂਦੀ ਹੈਗੀ ਆ। ਇਹ ਨਗਰ ਮੰਨਿਆ ਜਾਂਦਾ ਹੈ ਕਿ ਇਸ ਦੀਆਂ ਜਿਹੜੀਆਂ ਤਹਿਾਂ ਨੇ ਉਹ 7 ਤਹਿਾਂ ਮਿਲੀਆਂ ਨੇ ਇਸ ਨਗਰ ਦੀਆਂ। ਔਰ ਇਸ 7 ਤਹਿਾਂ ਦਾ ਜਿਹੜਾ ਮੀਨਿੰਗ ਕੱਢਿਆ ਜਾਂਦਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਨਗਰ ਜਿਹੜਾ ਹੈ 7 ਵਾਰ ਬਣਿਆ ਹੈ ਅਤੇ 7 ਵਾਰ ਜਿਹੜਾ ਹੈ ਉਜੜਿਆ ਹੈ। ਇਹਨਾਂ 7 ਤਹਿਾਂ ਦਾ ਮੀਨਿੰਗ ਜਿਹੜਾ ਹੈ ਇੱਥੇ ਇਹ ਬਣਾਇਆ ਗਿਆ ਹੈ। ਓਕੇ। ਔਰ ਇਹ ਸ਼ਹਿਰ ਜਿਹੜਾ ਹੈ ਪ੍ਰਸਿੱਧ ਹੈ ਕੁਝ ਖਾਸ ਚੀਜ਼ਾਂ ਦੇ ਲਈ, ਜਿਵੇਂ ਕਿ ਇੱਥੇ ਇੱਕ ਵਿਸ਼ਾਲ ਇਸ਼ਨਾਨ ਘਰ ਮਿਲਿਆ ਸੀਗਾ। ਇਸ ਤੋਂ ਇਲਾਵਾ ਗੋਦਾਮ ਘਰ ਮਿਲਿਆ ਸੀ। ਕਾਸ਼ੀ ਦੀ ਨਰਤਕੀ ਦੀ ਜਿਹੜੀ ਮੂਰਤੀ ਹੈ ਉਹ ਵੀ ਇੱਥੋਂ ਮਿਲੀ ਸੀਗੀ। ਇਸ ਤੋਂ ਇਲਾਵਾ 1200 ਦੇ ਕਰੀਬ ਜਿਹੜੀਆਂ ਮੋਹਰਾਂ ਨੇ ਉਹ ਵੀ ਇਸੇ ਸਥਾਨ ਤੋਂ ਹੀ ਮਿਲੀਆਂ ਸੀ। ਸੋ ਇਸ ਕਾਰਨ ਕਰਕੇ ਨਗਰ ਵੀ ਕਾਫੀ ਪ੍ਰਸਿੱਧ ਹੈਗਾ ਗਾ। ਔਰ ਉਸ ਸਮੇਂ ਦੇ ਵਿੱਚ ਇੱਕ ਵੱਡਾ ਵਪਾਰਕ ਕੇਂਦਰ ਜਿਹੜਾ ਹੈ ਟ੍ਰੇਡ ਦੇ ਰੂਪ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ ਸੀਗਾ। ਸੋ ਨੈਕਸਟ ਹੈ ਤੀਸਰਾ ਸਥਾਨ ਚੌਂਦਾਦੜੋ। ਸੋ ਇਸ ਨਗਰ ਦੀ ਜਿਹੜੀ ਦੂਰੀ ਸੀਗੀ ਉਹ ਤਕਰੀਬਨ ਮਹੰਜੋਦੜੋ ਤੋਂ 160 ਕਿਲੋਮੀਟਰ ਦੂਰ ਸਥਿਤ ਸੀਗਾ। ਔਰ ਇਸ ਨਗਰ ਨੂੰ ਖੋਜਿਆ ਗਿਆ ਸੀ 1931 ਦੇ ਵਿੱਚ N.G. ਮਜ਼ੂਮਦਾਰ ਦੇ ਦੁਆਰਾ। ਸੋ ਇਸ ਨੇ ਜਿਹੜਾ ਹੈ ਇਸ ਨਗਰ ਦੀ ਖੋਜ ਕੀਤੀ ਸੀਗੀ। ਔਰ ਇਹ ਨਗਰ ਵੀ ਕਾਫੀ ਪ੍ਰਸਿੱਧ ਸੀਗਾ। ਔਰ ਇਸ ਨਗਰ ਦੀਆਂ 2 ਤਹਿਾਂ ਮਿਲਦੀਆਂ ਨੇ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਸ਼ਹਿਰ ਵੀ 2 ਵਾਰ ਬਣਿਆ ਅਤੇ 2 ਵਾਰ ਉਜੜਿਆ ਹੈਗਾ ਗਾ ਜਾਂ ਤਬਾਹ ਹੋਇਆ ਹੈਗਾ ਗਾ।
ਇਸ ਖੇਤਰ ਦੇ ਵਿੱਚੋਂ ਮਣਕੇ ਬਣਾਉਣ ਦੇ ਜਿਹੜੇ ਖੇਤਰ ਨੇ ਉਹ ਕਾਫੀ ਪ੍ਰਸਿੱਧ ਸੀਗੇ, ਯਾਨੀ ਕਿ ਇੱਥੋਂ ਬਹੁਤ ਸਾਰੇ ਜਿਹੜੇ ਮਣਕੇ ਬਣਾਏ ਜਾਂਦੇ ਸੀਗੇ, ਜਿਨ੍ਹਾਂ ਤੋਂ ਬਾਅਦ ਦੇ ਵਿੱਚ ਮਾਲਾਵਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ। ਚੌਥਾ ਸਥਾਨ ਹੈ ਕੋਟਲਾ ਨਿਹੰਗ ਖਾਨ। ਸੋ ਇਹ ਸ਼ਹਿਰ ਜਿਹੜਾ ਹੈ ਸਾਡੇ ਭਾਰਤ ਯਾਨੀ ਕਿ ਪੰਜਾਬ ਦੇ ਵਿੱਚ ਹੈ, ਸਾਡੇ ਭਾਰਤੀ ਪੰਜਾਬ ਦੇ ਵਿੱਚ, ਜੋ ਕਿ ਪੂਰਬੀ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰੋਪੜ ਜ਼ਿਲ੍ਹੇ ਦੇ ਵਿੱਚ ਇਹ ਸਥਾਨ ਪੈ ਜਾਂਦਾ ਹੈ ਕੋਟਲਾ ਨਿਹੰਗ ਖਾਨ। ਸੋ ਇਸ ਨਗਰ ਦੀ ਜਿਹੜੀ ਖੋਜ ਹੈ ਉਹ 1953 ਦੇ ਵਿੱਚ ਹੋਈ ਸੀ ਅਤੇ YD ਸ਼ਰਮਾ ਦੇ ਦੁਆਰਾ ਇਸ ਦੀ ਖੋਜ ਹੋਈ ਸੀਗੀ। ਸੋ 1953 ਦੀ ਇਸ ਦੀ ਖੋਜ ਹੋਈ ਅਤੇ YD ਸ਼ਰਮਾ ਦੇ ਦੁਆਰਾ ਇਸ ਨੂੰ ਖੋਜਿਆ ਗਿਆ। ਔਰ ਕੋਟਲਾ ਨਿਹੰਗ ਖਾਨ ਜਿਹੜਾ ਹੈ ਇਹ ਸਤਲੁਜ ਨਦੀ ਦੇ ਕੰਢੇ ਦੇ ਉੱਪਰ ਸਥਿਤ ਹੈ। ਸੋ ਨਦੀਆਂ ਪਲੀਜ਼ ਯਾਦ ਰੱਖਣਾ, ਕਿਉਂਕਿ ਅਕਸਰ ਇਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਉਹ ਆਉਂਦੇ ਰਹਿੰਦੇ ਹੈਗੇ ਨੇ ਕਿ ਕਿਹੜੀ ਨਦੀ ਦੇ ਉੱਪਰ ਕਿਹੜਾ ਨਗਰ ਸਥਿਤ ਹੈ। ਇਸ ਤੋਂ ਅਗਲਾ ਨਗਰ ਹੈ ਪੰਜਵਾਂ ਕਾਲੀਬੰਗਾ। ਸੋ ਕਾਫੀ ਫੇਮਸ ਹੈ ਇਹ ਵੀ ਨਗਰ। ਸੋ ਇਸ ਨਗਰ ਦੀ ਜਿਹੜੀ ਖੋਜ ਹੋਈ ਸੀਗੀ ਉਹ ਰਾਜਸਥਾਨ ਪ੍ਰਾਂਤ ਦੇ ਵਿੱਚ ਹੋਈ ਹੈ ਔਰ ਜ਼ਿਲ੍ਹਾ ਗੰਗਾ ਨਗਰ ਦੇ ਵਿੱਚ ਸਥਿਤ ਸੀਗਾ। ਇਹ ਵਾਲਾ ਕੇਂਦਰ ਰਾਜਸਥਾਨ ਦੇ ਵਿੱਚ ਪੈਂਦਾ ਹੈ ਔਰ ਇਸ ਬਾਰੇ ਵੀ ਕਾਫੀ ਕੁਐਸਚਨ ਆਇਆ ਹੈ ਕਿ ਕਾਲੀਬੰਗਾ ਜਿਹੜਾ ਹੈ ਉਹ ਕਿਸ ਨਗਰ ਦੇ ਵਿੱਚ ਸਥਿਤ ਹੈ। ਸੋ ਰਾਜਸਥਾਨ ਦੇ ਵਿੱਚ ਪੈਂਦਾ ਹੈ ਔਰ ਇਸ ਦਾ ਨਾਮ ਜਿਹੜਾ ਕਾਲੀਬੰਗਾ ਪਿਆ ਸੀ ਉਹ ਇੱਥੇ ਬਣਨ ਵਾਲੀਆਂ ਜਿਹੜੀਆਂ ਕਾਲੀਆਂ ਬੰਗਾਂ ਸੀ ਉਹਨਾਂ ਦੇ ਆਧਾਰ ਦੇ ਉੱਪਰ ਇਸ ਦਾ ਨਾਮ ਜਿਹੜਾ ਹੈ ਉਹ ਕਾਲੀਬੰਗਾ ਪੈ ਗਿਆ ਸੀ, ਯਾਨੀ ਕਿ ਫੇਮਸ ਸੀਗਾ ਉਸ ਸਮੇਂ ਦੇ ਵਿੱਚ ਬੰਗਾਂ ਦੇ ਲਈ। ਓਕੇ, ਔਰ ਇਸ ਦੀ ਖੋਜ ਵੀ 1853 ਦੇ ਵਿੱਚ ਹੋਈ ਅਤੇ ਏ ਘੋਸ਼ ਨੇ ਇਸ ਦੀ ਜਿਹੜੀ ਖੋਜ ਕੀਤੀ ਸੀ ਪਹਿਲੀ ਵਾਰ। ਔਰ ਬਾਅਦ ਦੇ ਵਿੱਚ ਇਸ ਦੇ ਲਈ BK ਥਾਪਰ ਅਤੇ BV ਲਾਲ ਦੇ ਦੁਆਰਾ ਵੀ ਜਿਹੜਾ ਹੈ ਇਸ ਦੇ ਲਈ ਖੋਜ ਕੀਤੀ ਗਈ, ਜਾਣੀ ਕਿ ਕੰਟੀਨਿਊ ਰੱਖਿਆ ਸੀਗਾ। ਧਿਆਨ ਰੱਖਣਾ ਕਿ ਪਹਿਲੀ ਖੋਜ ਜਿਹੜੀ ਹੈ ਏ ਘੋਸ਼ ਨੇ ਕੀਤੀ ਸੀ, 1953 ਦੇ ਵਿੱਚ ਸ਼ੁਰੂਆਤ ਕੀਤੀ ਸੀ, ਬਟ ਬਾਅਦ ਦੇ ਵਿੱਚ BK ਥਾਪਰ ਅਤੇ BV ਲਾਲ ਨੇ ਇਸ ਨੂੰ ਕੰਟੀਨਿਊ ਰੱਖਿਆ ਸੀਗਾ, ਹੋਰ ਚੀਜ਼ਾਂ ਜਿਹੜੀਆਂ ਇਸ ਦੀ ਖੋਜ ਕੀਤੀ ਸੀਗੀ। ਓਕੇ, ਅਗਲਾ 6ਵਾਂ ਸਥਾਨ ਹੈ ਲੋਥਲ। ਸੋ ਲੋਥਲ ਸਥਾਨ ਜਿਹੜਾ ਹੈ ਇਹ ਨਗਰ ਜ਼ਿਲ੍ਹਾ ਅਹਿਮਦਾਬਾਦ ਦੇ ਵਿੱਚ ਪੈਂਦਾ ਹੈਗਾ ਗਾ, ਜੋ ਕਿ ਗੁਜਰਾਤ ਪ੍ਰਾਂਤ ਦੇ ਵਿੱਚ ਪੈਂਦਾ ਹੈ। ਸੋ ਇਸ ਸਥਾਨ ਵਿਖੇ ਸਥਿਤ ਹੈਗਾ ਗਾ, ਜਿਸ ਦੀ ਖੋਜ 1957 ਦੇ ਵਿੱਚ SR ਰਾਓ ਦੇ ਦੁਆਰਾ ਕੀਤੀ ਗਈ ਸੀਗੀ। ਲੋਥਲ ਨਗਰ ਸੀਗਾ ਜਿਹੜਾ ਉਹ ਆਪਣੇ ਖੇਤਰ ਦੇ ਵਿੱਚ ਪੈਂਦੀ ਇੱਕ ਵੱਡੀ ਬੰਦਰਗਾਹ ਸੀ ਜਿਹੜੀ ਉਸ ਦੇ ਲਈ ਪ੍ਰਸਿੱਧ ਸੀ, ਕਿਉਂਕਿ ਇਸ ਪੋਰਟ ਦੇ ਰਾਹੀਂ ਮੋਸਟਲੀ ਜਿਹੜਾ ਹੈ ਵਪਾਰ ਆ ਉਹ ਕੀਤਾ ਜਾਂਦਾ ਸੀਗਾ। ਇਸ ਬੰਦਰਗਾਹ ਤੋਂ ਪੱਛਮੀ ਏਸ਼ੀਆ ਦੇ ਦੇਸ਼ਾਂ ਦੇ ਨਾਲ ਜਿਹੜਾ ਵਪਾਰ ਆ ਉਸ ਚੱਲਦਾ ਸੀਗਾ, ਉੱਥੋਂ ਜਿਹੜਾ ਸਮਾਨ ਆਯਾਤ ਕੀਤਾ ਜਾਂਦਾ ਸੀ, ਨਿਰਯਾਤ ਕੀਤਾ ਜਾਂਦਾ ਸੀ। ਸੋ ਇਸੇ ਬੰਦਰਗਾਹਾਂ ਦੇ ਰਾਹੀਂ ਜਿਹੜਾ ਹੈ ਇਹ ਵਪਾਰ ਕੰਟੀਨਿਊ ਹੁੰਦਾ ਸੀ। ਔਰ ਧਿਆਨ ਦੇਣ ਯੋਗ ਵਾਲੀ ਗੱਲ ਹੈ ਕਿ ਲੋਥਲ ਦੇ ਵਿੱਚ ਹੀ ਜਿਹੜਾ ਹੈ ਮਣਕੇ ਬਣਾਉਣ ਦਾ ਕਾਰਖਾਨਾ ਵੀ ਮਿਲਿਆ ਸੀਗਾ, ਯਾਨੀ ਕਿ ਪ੍ਰਸਿੱਧ ਮੰਨਿਆ ਜਾਂਦਾ ਸੀ ਲੋਥਲ, ਇੱਥੇ ਕਾਰਖਾਨਾ ਮਿਲਿਆ ਸੀ ਮਣਕੇ ਨੂੰ ਬਣਾਉਣ ਦੇ ਨਾਲ ਰਿਲੇਟਡ। ਨੈਕਸਟ ਹੈ 7ਵਾਂ ਸਥਾਨ ਆਲਮਗੀਰਪੁਰ। ਸੋ ਇਹ ਨਗਰ ਜਿਹੜਾ ਹੈ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਵਿੱਚ ਪੈਂਦਾ ਹੈ। ਸੋ ਆਲਮਗੀਰ ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਿੱਚ ਪੈਂਦਾ ਹੈ, ਜਿਹਦੀ ਖੋਜ 1958 ਦੇ ਵਿੱਚ YD ਸ਼ਰਮਾ ਨੇ ਕੀਤੀ ਸੀਗੀ। ਸੋ ਇਸ ਨਗਰ ਦੇ ਬਾਰੇ ਵੀ ਅਕਸਰ ਜਿਹੜਾ ਕੁਐਸਚਨ ਹੁੰਦਾ ਹੈ ਕਿ ਕਿਹੜੇ ਨਗਰ ਦੇ ਵਿੱਚ ਸਥਿਤ ਹੈ, ਕਿਹੜੇ ਰਾਜ ਦੇ ਵਿੱਚ ਸਥਿਤ ਹੈ। ਓਕੇ, ਅਗਲਾ ਸਥਾਨ ਹੈ ਸੰਘੋਲ। ਤਾਂ ਸੰਘੋਲ ਜਿਹੜਾ ਹੈ ਸਾਡੇ ਪੰਜਾਬ ਯਾਨੀ ਕਿ ਪੂਰਬੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਵਾਲਾ ਖੇਤਰ। ਔਰ ਇਸ ਦੀ ਖੋਜ 1968 ਦੇ ਵਿੱਚ ਇਸ ਖੇਤਰ ਦੀ ਖੋਜ 1968 ਦੇ ਵਿੱਚ SS ਤਲਵਾੜ ਅਤੇ RS ਬਿਸਟ ਦੇ ਦੁਆਰਾ ਕੀਤੀ ਗਈ ਸੀ ਲੋਥਲ ਦੀ। ਔਰ ਇਸ ਨਗਰ ਦੇ ਬਾਹਰ ਇੱਕ ਵੱਡੀ ਖਾਈ ਮਿਲੀ ਹੈ ਜੋ ਕਿ ਹਮੇਸ਼ਾ ਪਾਣੀ ਦੇ ਨਾਲ ਭਰੀ ਰਹਿੰਦੀ ਸੀਗੀ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਸ ਸਮੇਂ ਦੇ ਵਿੱਚ ਦੁਸ਼ਮਣਾਂ ਤੋਂ ਰੱਖਿਆ ਦੇ ਲਈ ਜਿਹੜਾ ਹੈ ਸੁਰੱਖਿਆ ਦੇ ਲਈ ਜਿਹੜਾ ਹੈ ਪਾਣੀ ਭਰਿਆ ਜਾਂਦਾ ਸੀ, ਤਾਂ ਕਿ ਦੁਸ਼ਮਣ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਇੰਟਰ ਨਾ ਹੋ ਸਕੇ, ਸੁਰੱਖਿਆ ਦੇ ਲਈ ਸੀ ਖਾਸ ਤੌਰ ਦੇ ਉੱਪਰ। ਔਰ ਲਾਸਟ ਸਥਾਨ ਹੈ ਬਣਾਵਾਲੀ। ਸੋ ਇਹ ਬਣਾਵਾਲੀ ਜਿਹੜਾ ਸਥਾਨ ਹੈ ਇਹ ਵੀ ਕਾਫੀ ਫੇਮਸ ਹੈ, ਜੋ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਸੋ ਇਸ ਸਥਾਨ ਵਿਖੇ ਸਥਿਤ ਹੈ, ਜਿਸ ਦੀ ਖੋਜ ਜਿਹੜੀ ਹੈ 1973 ਦੇ ਵਿੱਚ RS ਬਿਸਟ ਦੇ ਦੁਆਰਾ ਕੀਤੀ ਗਈ ਸੀਗੀ ਹਰਿਆਣਾ ਦੇ ਵਿੱਚ। ਵੈਰੀ ਇੰਪੋਰਟੈਂਟ ਹੈ ਓਕੇ, ਕਿ ਹਰਿਆਣਾ ਰਾਜ ਦੇ ਵਿੱਚ ਕਿਹੜਾ ਖੇਤਰ ਜਿਹੜਾ ਹੈ ਉਹ ਸਥਿਤ ਹੈ। ਸੋ ਇਹ ਸੀਗੇ ਸਾਡੇ ਕੇਂਦਰ ਜਿੱਥੇ ਇਹਨਾਂ ਖੇਤਰਾਂ ਨੂੰ ਖੋਜਿਆ ਗਿਆ ਹੈ। ਔਰ ਇਹਨਾਂ ਖੇਤਰਾਂ ਤੋਂ ਸਾਨੂੰ ਉਸ ਸਮੇਂ ਦੀ ਨਗਰ ਯੋਜਨਾ, ਆਰਥਿਕ ਯੋਜਨਾ, ਮੁੱਖ ਧੰਦਿਆਂ ਦੇ ਬਾਰੇ ਔਰ ਸੰਗੀਤ ਬਾਰੇ ਜਿਹੜਾ ਹੈ ਔਰ ਚਿੱਤਰਕਲਾ ਬਾਰੇ ਜਿਹੜਾ ਸਾਨੂੰ ਜਾਣਕਾਰੀ ਮਿਲਦੀ ਹੈ। ਸੋ ਅੱਗੇ ਉਸ ਬਾਰੇ ਹੈ। ਸੋ ਪਹਿਲਾਂ ਗੱਲ ਕਰਦੇ ਹਾਂ ਟਾਊਨ ਪਲੈਨਿੰਗ ਦੀ। ਨਗਰ ਯੋਜਨਾ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਸੀ। ਸੋ ਭਵਨ ਨਿਰਮਾਣ, ਸਭ ਤੋਂ ਪਹਿਲਾਂ ਹਾਊਸ ਜਿਹੜੇ ਸੀਗੇ ਉਹ ਸਿੰਧੂ ਘਾਟੀ ਦੀ ਸੱਭਿਅਤਾ ਦੇ ਕਿਹੋ ਜਿਹੇ ਸੀਗੇ। ਸੋ ਕਾਫੀ ਜਿਹੜੇ ਫੇਮਸ ਸੀਗੇ ਉਸ ਸਮੇਂ ਦੇ ਵਿੱਚ ਨਾ, ਜਿਹੜੇ ਕਹਿ ਸਕਦੇ ਹਾਂ ਮਾਡਰਨ ਟਾਈਪ ਦੇ, ਜਿਵੇਂ ਕਿ ਅੱਜ ਪੱਕੀਆਂ ਇੱਟਾਂ ਦੇ ਘਰ ਬਣਦੇ ਨੇ, ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕਾਂ ਨੇ ਵੀ ਪੱਕੇ ਮਕਾਨ ਜਿਹੜੇ ਹੈ ਉਹ ਕ੍ਰੀਏਟ ਕੀਤੇ ਸੀ। ਇਹ ਸਾਰੇ ਮਕਾਨ ਜਿਹੜੇ ਆ ਖੁੱਲ੍ਹੇ ਅਤੇ ਹਵਾਦਾਰ ਮੰਨੇ ਜਾਂਦੇ ਸੀਗੇ ਉਸ ਸਮੇਂ ਦੇ ਵਿੱਚ। ਔਰ ਕਈ ਮਕਾਨ ਜਿਹੜੇ ਆ 2 ਜਾਂ 2 ਤੋਂ ਵੱਧ ਮੰਜ਼ਿਲਾਂ ਵਾਲੇ ਵੀ ਸੀ, ਜੋ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਵੀ ਸਕਦੇ ਹੈਗੇ ਹੋ। ਔਰ ਇੱਕ ਮੰਜ਼ਿਲ ਤੋਂ ਦੂਸਰੀ ਮੰਜ਼ਿਲ ਤੱਕ ਜਾਣ ਦੇ ਲਈ ਪੌੜੀ ਦਾ ਇਸਤੇਮਾਲ ਕੀਤਾ ਜਾਂਦਾ ਸੀ, ਜੋ ਕਿ ਨੈਚੁਰਲੀ ਉਸ ਦੇ ਨਾਲ ਜੁੜੀ ਹੁੰਦੀ ਸੀਗੀ, ਜੋ ਕਿ ਜਿਵੇਂ ਅਸੀਂ ਅੱਜ ਅਟੈਚ ਕਰਦੇ ਹਾਂ। ਉਸ ਸਮੇਂ ਦੇ ਲੋਕ ਵੀ ਜਿਹੜਾ ਹੈ ਇਸ ਤਰ੍ਹਾਂ ਦੇ ਹਾਊਸਿਸ ਤੋਂ ਜਾਣੂ ਸੀਗੇ।
ਹਰ ਮਕਾਨ ਦੇ ਵਿੱਚ ਇੱਕ ਖੁੱਲ੍ਹਾ ਵਿਹੜਾ ਹੁੰਦਾ ਸੀ, ਰਸੋਈ ਘਰ ਹੁੰਦਾ ਸੀ, ਖੂਹ ਅਤੇ ਇਸ਼ਨਾਨ ਘਰ ਜਿਹੜਾ ਹੈ ਉਹ ਜ਼ਰੂਰੀ ਹੁੰਦਾ ਸੀਗਾ। ਯਾਨੀ ਕਿ ਹਰ ਇੱਕ ਜਿਹੜੀ ਚੀਜ਼ ਅੱਜ ਦੇ ਸਮੇਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਮੌਜੂਦ ਹੈ, ਉਹ ਅੱਜ ਤੋਂ 5000 ਸਾਲ ਪਹਿਲਾਂ ਸਿੱਧੂ ਘਾਟੀ ਦੇ ਲੋਕਾਂ ਕੋਲੇ ਮੌਜੂਦ ਸੀਗੀ। ਉਹਨਾਂ ਨੇ ਇਸ ਚੀਜ਼ ਨੂੰ ਕ੍ਰੀਏਟ ਕੀਤਾ ਸੀ, ਉੱਥੋਂ ਹੀ ਅਸੀਂ ਜਿਹੜਾ ਹੈ ਇਸ ਸਿਸਟਮ ਨੂੰ ਅਪਲਾਈ ਕੀਤਾ ਹੋਇਆ ਹੈ। ਓਕੇ, ਸੋ ਅਗਲਾ ਹੈ ਵਿਸ਼ਾਲ ਇਸ਼ਨਾਨ ਘਰ। ਸੋ ਇੱਕ ਸਿੱਧੂ ਘਾਟੀ ਦੀ ਸੱਭਿਅਤਾ ਦੀ ਸਭ ਤੋਂ ਫੇਮਸ ਜਿਹੜੀ ਜਗ੍ਹਾ ਹੈ, ਜਿਹੜੀ ਕਿ ਗ੍ਰੇਟ ਬਾਥ ਦੇ ਨਾਲ ਜਾਣੀ ਜਾਂਦੀ ਹੈ, ਸੋ ਇਸ ਦੀ ਵੀ ਜਿਹੜੀ ਖੋਜ ਹੋਈ ਹੈ। ਸੋ ਇਹ ਜਿਹੜਾ ਵਿਸ਼ਾਲ ਇਸ਼ਨਾਨ ਘਰ ਮਿਲਿਆ ਸੀ, ਇਹ ਮੋਹਨਜੋਦੜੋ ਵਿਖੇ ਮਿਲਿਆ ਸੀਗਾ। ਸੋ ਕਾਫੀ ਫੇਮਸ ਹੈ, ਇਸ ਬਾਰੇ ਵੀ ਅਕਸਰ ਕੁਐਸਚਨ ਆਉਂਦਾ ਹੈ ਕਿ ਕਿੱਥੇ ਪਾਇਆ ਗਿਆ ਸੀ। ਮੋਹਨਜੋਦੜੋ ਦੇ ਵਿੱਚ ਇਸ ਨੂੰ ਜਿਹੜਾ ਪਾਇਆ ਗਿਆ ਸੀਗਾ। ਇਸ਼ਨਾਨ ਘਰ ਜਿਹੜਾ ਹੈ ਉਹ 180 ਫੁੱਟ ਲੰਬਾ ਹੈ ਅਤੇ 108 ਫੁੱਟ ਜਿਹੜਾ ਚੌੜਾ ਮੰਨਿਆ ਗਿਆ ਹੈਗਾ ਗਾ, ਅਤੇ ਵਿਚਕਾਰ ਇਸ ਦੇ 39 ਫੁੱਟ ਲੰਮਾ ਅਤੇ 23 ਫੁੱਟ ਚੌੜਾ ਅਤੇ 8 ਫੁੱਟ ਡੂੰਘਾ ਇੱਕ ਤਲਾਅ ਵੀ ਪਾਇਆ ਗਿਆ ਹੈ, ਜਿੱਥੇ ਅਕਸਰ ਜਿਹੜਾ ਇਸ਼ਨਾਨ ਵਗੈਰਾ ਕਰਦੇ ਸੀਗੇ ਲੋਕ। ਔਰ ਇਸੇ ਤਲਾਅ ਦੇ ਕੋਲ ਇੱਕ ਖੂਹ ਸੀਗਾ, ਜਿਸ ਤੋਂ ਇਸ ਤਲਾਅ ਦੇ ਵਿੱਚ ਪਾਣੀ ਭਰਿਆ ਜਾਂਦਾ ਸੀਗਾ। ਔਰ ਇਸ ਤੋਂ ਇਲਾਵਾ ਜਿਹੜਾ ਵੇਸਟ ਮਟੀਰੀਅਲ ਹੈ, ਯਾਨੀ ਕਿ ਵੇਸਟ ਜਿਹੜਾ ਪਾਣੀ ਸੀਗਾ ਖਰਾਬ ਹੋ ਚੁੱਕਾ ਹੁੰਦਾ ਸੀ, ਕੁਝ ਦਿਨਾਂ ਬਾਅਦ 'ਚ ਡੇਲੀ ਜਿਹੜਾ ਹੈ ਉਸ ਨੂੰ ਬਦਲਿਆ ਵੀ ਜਾਂਦਾ ਸੀ। ਉਸ ਦੇ ਲਈ ਨਾਲੀਆਂ ਦਾ ਵੀ ਪ੍ਰਬੰਧ ਇਸ ਦੇ ਵਿੱਚ ਸੀ, ਯਾਨੀ ਕਿ ਪੁਰਾਣਾ ਪਾਣੀ ਜਿਹੜਾ ਹੈ ਕੱਢ ਦਿੱਤਾ ਜਾਂਦਾ ਸੀ ਅਤੇ ਨਵਾਂ ਪਾਣੀ ਇਸ ਦੇ ਵਿੱਚ ਅਬਜ਼ਰਵ ਕਰ ਲਿਆ ਜਾਂਦਾ ਸੀਗਾ। ਇਸ ਤੋਂ ਇਲਾਵਾ ਇਸ ਤਲਾਅ ਦੇ ਚਾਰੋਂ ਤਰਫ ਜਿਹੜਾ ਹੈ ਛੋਟੇ ਛੋਟੇ ਕਮਰੇ ਬਣੇ ਹੋਏ ਸੀ, ਜਿੱਥੇ ਜਿਹੜੇ ਡਰੈਸ ਵਗੈਰਾ ਉਹ ਚੇਂਜ ਕਰ ਸਕਦੇ ਸੀ। ਲੇਡੀਜ਼ ਦੇ ਲਈ ਅਲੱਗ ਤੋਂ ਜਿਹੜਾ ਸਿਸਟਮ ਆ ਉਹ ਬਣਾਇਆ ਹੋਇਆ ਸੀਗਾ। ਓਕੇ, ਨੈਕਸਟ ਹੈ ਨਾਲੀਆਂ ਦਾ ਪ੍ਰਬੰਧ। ਸੋ ਇਹ ਵੀ ਬੜਾ ਅੱਛਾ ਸਿਸਟਮ ਸੀ ਇਹਨਾਂ ਦਾ, ਡਰੇਨੇਜ ਸਿਸਟਮ ਵਾਲਾ, ਕਿ ਨਾਲੀਆਂ ਜਿਹੜੀਆਂ ਉਹ ਢੱਕੀਆਂ ਹੁੰਦੀਆਂ ਸੀ, ਵਿਗਿਆਨਿਕ ਢੰਗ ਦੇ ਨਾਲ ਬਣਾਈਆਂ ਹੋਈਆਂ ਸੀ। ਜਿਵੇਂ ਕਿ ਅੱਜ ਅਸੀਂ ਅੰਡਰਗਰਾਊਂਡ ਬਣਾਇਆ ਹੋਇਆ ਸਿਸਟਮ, ਉਸੇ ਤਰੀਕੇ ਨਾਲ ਉਹਨੇ ਸਾਰੀਆਂ ਨਾਲੀਆਂ ਜਿਹੜੀਆਂ ਉਹ ਕਵਰ ਕੀਤੀਆਂ ਸੀ। ਇੱਕ ਪਾਈਪ ਜਿਹੜੀ ਹੈ ਉਹ ਜਾਂਦੀ ਸੀਗੀ, ਪ੍ਰਮੁੱਖ ਹੁੰਦੀ ਸੀ, ਬਾਕੀ ਘਰਾਂ ਦਾ ਪਾਣੀ ਜਿਹੜਾ ਉਸ ਪਾਈਪ ਦੇ ਵਿੱਚ ਅਟੈਚ ਹੁੰਦਾ ਸੀਗਾ, ਔਰ ਬਾਅਦ ਦੇ ਵਿੱਚ ਉਹ ਸ਼ਹਿਰ ਤੋਂ ਬਾਹਰ ਜਾਂਦਾ ਸੀ ਪਾਣੀ। ਸੜਕਾਂ, ਸੋ ਸੜਕਾਂ ਵੀ ਬੜੇ ਅੱਛੇ ਤਰੀਕੇ ਨਾਲ ਬਣਾਈਆਂ ਹੋਈਆਂ ਸੀ, ਮਾਡਰਨ ਟਾਈਪ ਦੀਆਂ ਸੀ, ਜਿਵੇਂ ਸਾਡੇ ਕੋਲ ਅੱਜ ਨੇ ਹੈਗੀਆਂ। ਔਰ ਇਹ ਸੜਕਾਂ ਦੀ ਜਿਹੜੀ ਚੌੜਾਈ ਸੀਗੀ ਉਹ 13 ਫੁੱਟ ਤੋਂ ਲੈ ਕੇ 34 ਫੁੱਟ ਤੱਕ ਦੀ ਹੁੰਦੀ ਸੀਗੀ, ਯਾਨੀ ਕਿ ਕਾਫੀ ਆਪਾਂ ਕਹਿ ਸਕਦੇ ਹੈਗੇ ਹਾਂ। ਔਰ ਸੜਕਾਂ ਦੇ ਵਿੱਚ ਜਿਵੇਂ ਅਸੀਂ ਅੱਜ ਚੁਰਾਹੇ ਬਣਾਏ ਹੋਏ ਨੇ, ਚਰਸਤੇ ਬਣਾਏ ਹੋਏ ਨੇ, ਉਸੇ ਤਰੀਕੇ ਦੇ ਜਿਹੜੇ ਕ੍ਰਾਸ ਟਾਈਪ ਜਿਹੜੀ ਹੈ ਸੜਕ ਇੱਥੇ ਬਣੀ ਹੁੰਦੀ ਸੀਗੀ। ਨੈਕਸਟ ਹੈ ਆਰਥਿਕ ਜੀਵਨ, ਇਕਨੋਮਿਕ ਲਾਈਫ ਜਿਹੜੀ ਹੈ ਸਿੱਧੂ ਘਾਟੀ ਦੇ ਲੋਕਾਂ ਦੀ ਕਿਹੋ ਜਿਹੀ ਸੀਗੀ। ਸੋ ਖੇਤੀਬਾੜੀ ਇਹਨਾਂ ਦਾ ਪ੍ਰਮੁੱਖ ਧੰਦਾ ਸੀਗਾ, ਐਗਰੀਕਲਚਰ ਦੇ ਉੱਪਰ ਇਹ ਮੁੱਖ ਤੌਰ ਦੇ ਉੱਪਰ ਡਿਪੈਂਡ ਸੀਗੇ। ਐਗਰੀਕਲਚਰ ਦੇ ਵਿੱਚ ਇਹਨਾਂ ਨੇ ਜਿਹੜਾ ਸਿੰਚਾਈ ਦੇ ਸਾਧਨ ਅਪਣਾਏ ਸੀਗੇ, ਉਹਦੇ ਲਈ ਇਹਨਾਂ ਨੇ ਇਹ ਸਿਸਟਮ ਕੀਤਾ ਸੀ ਕਿ ਜਿਹੜੇ ਹੜ੍ਹ ਆਉਂਦੇ ਸੀਗੇ, ਹੜ੍ਹਾਂ ਦਾ ਪਾਣੀ ਸੀ ਜਿਹੜਾ ਉਸ ਨੂੰ ਬੰਨ੍ਹ ਲਾ ਕੇ ਕੰਟਰੋਲ ਕਰਕੇ ਜਿਹੜਾ ਹੈ ਉਸ ਨੂੰ ਸਿੰਚਾਈ ਦੇ ਲਈ ਵਰਤ ਲਿਆ ਜਾਂਦਾ ਸੀ, ਤਾਂ ਕਿ ਹੜ੍ਹ ਜਿਹੜਾ ਉਹਨਾਂ ਦਾ ਨੁਕਸਾਨ ਨਾ ਕਰਨ। ਇਸ ਲਈ ਉਹ ਸਾਰੇ ਪਾਣੀ ਨੂੰ ਸਟੋਰ ਕਰਕੇ ਜਿਹੜਾ ਹੈ ਇੱਕ ਸਿੰਚਾਈ ਦੇ ਰੂਪ ਦੇ ਵਿੱਚ ਜਿਹੜਾ ਖਾਲਾਂ ਦੇ ਰਾਹੀਂ ਜਾਂ ਨਹਿਰਾਂ ਦੇ ਰਾਹੀਂ ਜਿਹੜਾ ਸੂਇਆਂ ਦੇ ਰਾਹੀਂ ਉੱਥੋਂ ਤੱਕ ਪਹੁੰਚਾਇਆ ਜਾਂਦਾ ਸੀਗਾ। ਓਕੇ, ਇਸ ਸਮੇਂ ਦੇ ਵਿੱਚ ਮੁੱਖ ਫਸਲ ਜਿਹੜੀ ਉਗਾਈ ਜਾਂਦੀ ਸੀ ਉਹ ਕਣਕ ਅਤੇ ਜੌਂ ਸੀਗੀ। ਇਸ ਤੋਂ ਇਲਾਵਾ ਕੁਝ ਹੋਰ ਫਸਲਾਂ ਜਿਵੇਂ ਚੌਲ ਹੋ ਗਏ, ਜਿਹਨੂੰ ਚਾਵਲ ਆਪਾਂ ਕਹਿ ਦਿੰਦੇ ਹਾਂ, ਨਾਰੀਅਲ, ਖਜੂਰ ਅਤੇ ਸਬਜ਼ੀਆਂ, ਇਹ ਵੀ ਉਸ ਸਮੇਂ ਦੇ ਵਿੱਚ ਉਗਾਈਆਂ ਜਾਂਦੀਆਂ ਸੀ। ਬਟ ਪ੍ਰਮੁੱਖ ਤੌਰ ਦੇ ਉੱਪਰ ਕਣਕ ਅਤੇ ਜੌਂ ਦੇ ਉੱਪਰ ਫੋਕਸ ਕੀਤਾ ਜਾਂਦਾ ਸੀਗਾ। ਔਰ ਸਿੱਧੂ ਘਾਟੀ ਦੀ ਸੱਭਿਅਤਾ ਸੀ ਜਿਹੜੀ ਉਹ ਕਪਾਹ ਦੀ ਉਪਜ ਦੇ ਲਈ ਦੁਨੀਆ ਦੇ ਵਿੱਚ ਫੇਮਸ ਸੀਗੀ। ਸਭ ਤੋਂ ਵੱਧ ਜਿਹੜੀ ਕਹਿ ਸਕਦੇ ਹਾਂ ਪ੍ਰਸਿੱਧ ਰਹੀ ਸੀਗੀ ਕਪਾਹ, ਉਹ ਸਿੱਧੂ ਘਾਟੀ ਸੱਭਿਅਤਾ ਦੀ ਸੀਗੀ, ਕਿਉਂਕਿ ਇੱਥੇ ਹੀ ਉਗਾਈ ਜਾਂਦੀ ਸੀਗੀ। ਸੋ ਪਹਿਲਾਂ ਜਿਹੜਾ ਹੈ ਖੇਤੀਬਾੜੀ ਦੇ ਨਾਲ ਜੁੜੇ ਹੋਏ ਸੀ। ਇਸ ਤੋਂ ਇਲਾਵਾ ਦੂਸਰਾ ਧੰਦਾ ਉਹਨਾਂ ਦਾ ਜਿਹੜਾ ਪਸ਼ੂ ਪਾਲਣ ਸੀ, ਐਨੀਮਲ ਰੇਅਰਿੰਗ ਸੀਗਾ। ਇਹ ਪ੍ਰਮੁੱਖ ਧੰਦਿਆਂ ਦੇ ਵਿੱਚ ਹੀ ਆਉਂਦਾ ਸੀ, ਦੂਸਰੇ ਸਥਾਨ ਦੇ ਉੱਪਰ। ਸੋ ਇਹਨਾਂ ਦੇ ਵਿੱਚ ਉਹ ਹਾਥੀ, ਊਠ, ਸੂਰ, ਭੇਡ, ਬੱਕਰੀ ਅਤੇ ਕੁੱਤੇ, ਇਹਨਾਂ ਦਾ ਜਿਹੜਾ ਹੈ ਪਾਲਣ ਪੋਸ਼ਣ ਕਰਦੇ ਸੀਗੇ, ਇਹਨਾਂ ਨੂੰ ਪਾਲਦੇ ਸੀਗੇ ਅਤੇ ਇਹਨਾਂ ਤੋਂ ਅਰਨਿੰਗ ਵੀ ਕਰਦੇ ਸੀ, ਔਰ ਇਹਨਾਂ ਤੋਂ ਕਾਫੀ ਸਾਰੇ ਪਦਾਰਥ ਜਿਹੜੇ ਆ ਉਹ ਪ੍ਰਾਪਤ ਵੀ ਕਰਦੇ ਸੀਗੇ। ਪਸ਼ੂਆਂ ਤੋਂ ਉਹ ਦੁੱਧ ਪ੍ਰਾਪਤ ਕਰਦੇ ਸੀ, ਪਸ਼ੂਆਂ ਦੇ ਚਮੜੇ ਅਤੇ ਹੱਡੀਆਂ ਤੋਂ ਜਿਹੜੀਆਂ ਉਹ ਵਸਤੂਆਂ ਵੀ ਤਿਆਰ ਕਰਦੇ ਸੀਗੇ, ਜਿਵੇਂ ਕਿ ਅੱਜ ਅਸੀਂ ਸਾਡੇ ਕੋਲ ਇਹ ਸਿਸਟਮ ਚੱਲਦਾ ਹੈ, ਉਸੇ ਤਰੀਕੇ ਨਾਲ ਦੁੱਧ ਅਤੇ ਹੱਡੀਆਂ ਅਤੇ ਚਮੜੇ ਤੋਂ ਜਿਹੜਾ ਹੈ ਸਮਾਨ ਬਣਾ ਕੇ ਵੇਚਿਆ ਜਾਂਦਾ ਸੀਗਾ। ਨੈਕਸਟ ਹੈ ਵਪਾਰ। ਸੋ ਸਿੱਧੂ ਘਾਟੀ ਦੀ ਸੱਭਿਅਤਾ ਦਾ ਵਪਾਰ ਜਿਹੜਾ ਹੈ ਕਾਫੀ ਫੇਮਸ ਮੰਨਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸਿਰਫ ਭਾਰਤ ਦੇ ਵਿੱਚ ਹੀ ਵਪਾਰ ਨਹੀਂ ਕੀਤਾ, ਕਾਫੀ ਸਾਰੀਆਂ ਹੋਰ ਸੱਭਿਅਤਾਵਾਂ ਦੇ ਨਾਲ ਵੀ ਜਿਹੜਾ ਹੈ ਉਹਨਾਂ ਨੇ ਵਿਕਾਸ ਕੀਤਾ ਸੀਗਾ ਇਸ ਵਪਾਰ ਦਾ। ਸੋ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਦਾ ਸਮੇਰ, ਮਿਸਰ ਅਤੇ ਮੈਸੋਪੋਟਾਮੀਆ ਦੇ ਨਾਲ ਜਿਹੜਾ ਹੈ ਖਾਸ ਤੌਰ ਦੇ ਉੱਪਰ ਜਿਹੜਾ ਹੈ ਉਹਨਾਂ ਦਾ ਵਪਾਰ ਬਣਿਆ ਹੋਇਆ ਸੀ। ਇਹਨਾਂ ਤੋਂ ਚੀਜ਼ਾਂ ਆਯਾਤ ਵੀ ਕੀਤੀਆਂ ਜਾਂਦੀਆਂ ਸੀ ਅਤੇ ਨਿਰਯਾਤ ਵੀ ਕੀਤੀਆਂ ਜਾਂਦੀਆਂ ਸੀ। ਬਹੁਤ ਵਾਰੀ ਕੁਐਸਚਨ ਪੁੱਛਿਆ ਗਿਆ ਹੈ ਕਿ ਕਿਹਦੇ ਨਾਲ ਵਪਾਰ ਹੁੰਦਾ ਸੀ, ਸਮੇਰ, ਮਿਸਰ ਅਤੇ ਮੈਸੋਪੋਟਾਮੀਆ, ਇਹ ਤਿੰਨ ਸੱਭਿਅਤਾਵਾਂ ਸੀਗੀਆਂ। ਓਕੇ, ਸੋ ਇਹਨਾਂ ਤੋਂ ਆਯਾਤ ਕੀ ਕੀਤਾ ਜਾਂਦਾ ਸੀ, ਯਾਨੀ ਕਿ ਵਿਦੇਸ਼ਾਂ ਤੋਂ ਮੰਗਵਾਇਆ ਕੀ ਜਾਂਦਾ ਸੀ, ਸੋਨਾ, ਚਾਂਦੀ, ਹਾਰ ਸ਼ਿੰਗਾਰ ਦਾ ਜਿਹੜਾ ਸਮਾਨ ਹੈ ਇਹ ਆਯਾਤ ਕੀਤਾ ਜਾਂਦਾ ਸੀ। ਇਹਨਾਂ ਖੇਤਰਾਂ ਤੋਂ ਇਸ ਨੂੰ ਮੰਗਵਾਇਆ ਜਾਂਦਾ ਸੀਗਾ ਅਤੇ ਇਹਨਾਂ ਖੇਤਰਾਂ ਨੂੰ ਨਿਰਯਾਤ ਕੀਤਾ ਜਾਂਦਾ ਸੀ, ਯਾਨੀ ਕਿ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਸੀ। ਸਾਡੇ ਭਾਰਤ ਦੇ ਵਿੱਚੋਂ ਇੰਡਸ ਸਿਵਲਾਈਜੇਸ਼ਨ ਤੋਂ ਸੂਤੀ ਕੱਪੜਾ, ਗਹਿਣੇ, ਮੋਤੀ, ਹਾਥੀ ਦੰਦ ਤੋਂ ਬਣੀਆਂ ਵਸਤੂਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦੇਸ਼ਾਂ ਦੇ ਵਿੱਚ ਭੇਜੀਆਂ ਜਾਂਦੀਆਂ ਸੀ, ਇਹਨਾਂ ਸੱਭਿਅਤਾਵਾਂ ਨੂੰ ਭੇਜੀਆਂ ਜਾਂਦੀਆਂ ਸੀ। ਇਹਨਾਂ ਨੂੰ ਛੱਡ ਕੇ ਭਾਰਤ ਦੇ ਵਿੱਚੋਂ ਲੰਗੂਰ, ਬਾਂਦਰ ਅਤੇ ਮੋਰ, ਇਹ ਵੀ ਇਹਨਾਂ ਸੱਭਿਅਤਾਵਾਂ ਤੱਕ ਪਹੁੰਚਾਏ ਜਾਂਦੇ ਸੀਗੇ, ਜੋ ਕਿ ਭਾਰਤ ਦੇ ਵਿੱਚ ਹੀ ਮੌਜੂਦ ਸੀਗੇ ਉਸ ਸਮੇਂ। ਓਕੇ, ਸੋ ਜਿੰਨਾ ਵੀ ਮਾਲ ਸੀਗਾ ਉਹਨੂੰ ਢੋਣ ਦੇ ਲਈ ਜਿਹੜਾ ਹੈ ਕਿਸੇ ਨਾ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਸੀ, ਤਾਂ ਉਹਦੇ ਲਈ ਸਿੱਧੂ ਘਾਟੀ ਦੀ ਸੱਭਿਅਤਾ ਦੇ ਲੋਕਾਂ ਨੇ ਬੈਲ ਗੱਡੀ ਦਾ ਜਿਹੜਾ ਹੈ ਇਸਤੇਮਾਲ ਕੀਤਾ ਸੀ। ਸੋ ਇਸ ਨੂੰ ਉਹ ਮਾਲ ਢੋਣ ਦੇ ਲਈ ਜਿਹੜਾ ਹੈ ਇਸਤੇਮਾਲ ਕਰਦੇ ਸੀਗੇ।
ਧਿਆਨ ਰੱਖਣਾ ਕਿ ਰਾਜਸਥਾਨ, ਮੈਸੂਰ ਤੇ ਦੱਖਣੀ ਭਾਰਤ ਤੋਂ ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਸੰਗਮਰਮਰ, ਚਾਂਦੀ ਤੇ ਸੋਨਾ ਵੀ ਮੰਗਵਾਉਂਦੇ ਹੁੰਦੇ ਸੀਗੇ। ਠੀਕ ਹੈ, ਦੱਖਣੀ ਭਾਰਤ ਤੋਂ। ਔਰ ਇਸ ਤੋਂ ਇਲਾਵਾ ਕਸ਼ਮੀਰ ਤੋਂ ਉਹ ਦੇਵਦਾਰ ਲੱਕੜੀ ਤੇ ਸ਼ਿਲਾਜੀਤ ਮੰਗਵਾਉਂਦੇ ਹੁੰਦੇ ਸੀ, ਇਹ ਵੀ ਇੰਪੋਰਟੈਂਟ ਹੈ। ਨੈਕਸਟ ਹੈ ਧਾਰਮਿਕ ਜੀਵਨ। ਸੋ ਇੰਡਸ ਸਿਵਲਾਈਜੇਸ਼ਨ ਦਾ ਜਿਹੜਾ ਰਿਲੀਜੀਅਸ ਲਾਈਫ ਸੀ ਉਹ ਕਿਸ ਤਰ੍ਹਾਂ ਦੀ ਸੀਗੀ। ਦੇਵੀ ਮਾਂ ਦੀ ਪੂਜਾ। ਸੋ ਧਿਆਨ ਰੱਖਣਾ ਕਿ ਸਿੰਧੂ ਘਾਟੀ ਦੇ ਲੋਕ ਸੀਗੇ ਜਿਹੜੇ ਉਹ ਸਭ ਤੋਂ ਵੱਧ ਦੇਵੀ ਮਾਂ ਦੀ ਪੂਜਾ ਕਰਦੇ ਸੀਗੇ। ਇਹਦਾ ਸਬੂਤ ਇਸ ਚੀਜ਼ ਤੋਂ ਮਿਲਦਾ ਹੈ ਕਿ ਜਿੰਨੀਆਂ ਵੀ ਉੱਥੇ ਮੂਰਤੀਆਂ, ਜਿੰਨੀਆਂ ਵੀ ਜਿਹੜੀਆਂ ਕਹਿ ਸਕਦੇ ਹਾਂ ਸਾਈਨ ਮਿਲੇ ਨੇ, ਉਹਨਾਂ ਸਾਰੀਆਂ ਦੇ ਉੱਪਰ ਜਿਹੜਾ ਹੈ ਇੱਕ ਔਰਤ ਦੀ ਪਿਕਚਰ ਮਿਲਦੀ ਹੈ, ਜੋ ਕਿ ਇੱਕ ਦੇਵੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਹਦੇ ਆਧਾਰ ਦੇ ਉੱਪਰ ਇਹ ਕਿਹਾ ਜਾ ਸਕਦਾ ਹੈ ਕਿ ਸਿੰਧੂ ਘਾਟੀ ਦੇ ਲੋਕ ਜਿਹੜੇ ਨੇ ਉਹ ਇੱਕ ਦੇਵੀ ਦੀ ਪੂਜਾ ਕਰਦੇ ਸੀਗੇ ਅਤੇ ਇਸ ਦੇਵੀ ਮਾਂ ਨੂੰ ਜਿਹੜਾ ਹੈ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਜੋ ਕਿ ਹਰ ਤਰ੍ਹਾਂ ਦੀ ਐਕਟੀਵਿਟੀ ਲਈ ਰਿਸਪੌਂਸੀਬਲ ਮੰਨੀ ਜਾਂਦੀ ਸੀ ਉਸ ਸਮੇਂ ਦੇ ਵਿੱਚ। ਓਕੇ, ਦੂਸਰੀ ਅਗਰ ਗੱਲ ਕਰੀਏ ਹੋਰ ਇਸ ਤੋਂ ਇਲਾਵਾ ਕਿਸ ਦੀ ਪੂਜਾ ਕਰਦੀ ਸੀ, ਤਾਂ ਉਹ ਸ਼ਿਵ ਦੀ ਪੂਜਾ ਕਰਦੇ ਸੀ। ਇਹ ਵੀ ਇੱਕ ਪ੍ਰਮੁੱਖ ਦੇਵਤਾ ਸੀ ਉਸ ਸਮੇਂ ਦੇ ਵਿੱਚ। ਸੋ ਇਸ ਜਿਹੜੀਆਂ ਚੀਜ਼ਾਂ ਮਿਲੀਆਂ ਨੇ ਉਹਦੇ ਉੱਪਰ ਵੀ ਜਿਹੜਾ ਹੈ ਇੱਕ ਪੁਰਸ਼ ਦੀ ਵੀ ਤਸਵੀਰ ਮਿਲਦੀ ਹੈਗੀ ਆ। ਸੋ ਇਸੇ ਨੂੰ ਹੀ ਜਿਹੜਾ ਕਹਿ ਸਕਦੇ ਹਾਂ ਸ਼ਿਵ ਦਾ ਨਾਮ ਦਿੱਤਾ ਗਿਆ ਸੀ। ਇਸ ਦੇ 3 ਮੂੰਹ ਦੱਸੇ ਹੋਏ ਨੇਗੇ ਅਤੇ ਇਸ ਦੇ ਆਲੇ ਦੁਆਲੇ ਜਿਹੜਾ ਹੈ ਇੱਕ ਪਸ਼ੂ, ਜਿਹੜਾ ਕਈ ਪਸ਼ੂ ਵੀ ਜਿਹੜੇ ਹੈ ਉਹ ਦਿਖਾਈ ਦਿੰਦੇ ਹੈਗੇ ਨੇਗੇ, ਜਿਹਦੇ ਆਧਾਰ ਦੇ ਉੱਪਰ ਇਸ ਨੂੰ ਤ੍ਰਿਮੁਖੀ ਪਸ਼ੂਪਤੀ ਜਾਂ ਯੋਗੇਸ਼ਵਰ ਦਾ ਨਾਮ ਵੀ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਸੋ ਇਹਦੀ ਤਸਵੀਰ ਮੋਹਰਾਂ ਦੇ ਉੱਪਰ ਜਾਂ ਅਲੱਗ ਤੋਂ ਦੀਵਾਰਾਂ ਦੇ ਉੱਪਰ ਵੀ ਜਿਹੜੀ ਹੈ ਇਹ ਤਸਵੀਰ ਉਕਰੀ ਹੋਈ ਹੈਗੀ। ਸੋ ਇਸੇ ਆਧਾਰ ਦੇ ਉੱਪਰ ਇਹ ਮੰਨਿਆ ਜਾਂਦਾ ਹੈ ਕਿ ਸ਼ਿਵਾ ਦਾ ਜਿਹੜਾ ਪ੍ਰਤੀਕ ਸੀਗਾ। ਇਸ ਤੋਂ ਇਲਾਵਾ ਪਸ਼ੂ ਅਤੇ ਰੁੱਖਾਂ ਦੀ ਪੂਜਾ ਵੀ ਜਿਹੜੀ ਹੈ ਉਹ ਇੰਡਸ ਸਿਵਲਾਈਜੇਸ਼ਨ ਦੇ ਵਿੱਚ ਪ੍ਰਚਲਿਤ ਸੀਗੀ। ਸੋ ਇਹਨਾਂ ਦੇ ਵਿੱਚ ਉਹ ਹਾਥੀ, ਗੈਂਡਾ, ਝੋਟਾ, ਚੀਤਾ ਅਤੇ ਸਾਨ, ਇਹਨਾਂ ਦੀ ਵੀ ਪੂਜਾ ਕਰਦੇ ਹੁੰਦੇ ਸੀਗੇ। ਇਹ ਪ੍ਰਮੁੱਖ ਜਿਹੜੇ ਪਸ਼ੂ ਉੱਥੇ ਮੰਨੇ ਜਾਂਦੇ ਸੀਗੇ। ਔਰ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਅਗਰ ਪੁੱਛਿਆ ਜਾਂਦਾ ਹੈ ਕਿ ਕਿਹੜੇ ਦਰਖਤ ਜਾਂ ਰੁੱਖ ਦੀ ਪੂਜਾ ਕਰਦੇ ਸੀ, ਉਹ ਸੀ ਪਿੱਪਲ। ਸੋ ਇਹ ਕੁਐਸਚਨ ਵੀ ਪਿਛਲੀ ਵਾਰ ਮਾਸਟਰ ਕੇਡਰ ਦੇ ਵਿੱਚ ਆਇਆ ਹੋਇਆ, ਪਿਛਲੇ ਮਾਸਟਰ ਕੇਡਰਾਂ ਦੇ ਵਿੱਚ। ਸੋ ਪਿੱਪਲ ਦੀ ਜਿਹੜੀ ਪੂਜਾ ਹੈ ਉਹ ਸਭ ਤੋਂ ਵੱਧ ਕਰਦੇ ਸੀਗੇ। ਇਸ ਨੂੰ ਸਭ ਤੋਂ ਪਵਿੱਤਰ ਜਿਹੜਾ ਹੈ ਉਸ ਸਮੇਂ ਦੇ ਵਿੱਚ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਹੋਰ ਧਾਰਮਿਕ ਵਿਸ਼ਵਾਸ ਵੀ ਸੀ ਕੁਝ, ਕਿ ਇਹਨਾਂ ਦੇ ਵਿੱਚ ਲਿੰਗ ਤੇ ਯੋਨੀ ਜਿਹੜੀ ਹੈ ਉਹ ਪੂਜਾ ਕਰਦੇ ਸੀਗੇ। ਨਾਗਾਂ ਦੀ, ਸੂਰਜ ਦੀ ਅਤੇ ਬਹੁਤ ਸਾਰੇ ਪੰਛੀ, ਖਾਸ ਤੌਰ ਦੇ ਉੱਪਰ ਘੁੱਗੀ ਦੀ ਉਹ ਪੂਜਾ ਵੀ ਕਰਦੇ ਸੀ। ਧਿਆਨ ਰੱਖਣਾ ਵੀ ਉਸਦਾ, ਠੀਕ ਹੈ। ਅਗਰ ਪੰਛੀ ਪੁੱਛ ਲੈਂਦੇ ਹੈਗੇ ਨੇ ਤਾਂ ਘੁੱਗੀ ਜਿਹੜਾ ਹੈ ਉਸ ਦੀ ਪੂਜਾ ਕਰਦੇ ਹੁੰਦੇ ਸੀ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਹੈ ਸਮਾਜਿਕ ਜੀਵਨ, ਸੋਸ਼ਲ ਲਾਈਫ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਸੀਗੀ ਉਹਨਾਂ ਦੀ। ਸੋ ਸਧਾਰਨ ਜਿਹੜਾ ਕਹਿ ਸਕਦੇ ਹਾਂ ਖਾਣ ਪੀਣ ਸੀ, ਕੱਪੜੇ ਪਾਉਣ ਦਾ ਜਿਹੜਾ ਤਰੀਕਾ ਸੀ, ਬੜੇ ਅੱਛੇ ਤਰੀਕੇ ਨਾਲ ਸੂਤੀ ਕੱਪੜੇ, ਉੱਨੀ ਕੱਪੜੇ ਜਿਹੜੇ ਉਹ ਪਹਿਨਦੇ ਸੀਗੇ। ਔਰ ਸਾਰੇ ਪਰਿਵਾਰ ਜਿਹੜੇ ਉਹ ਮਿਲ ਜੁਲ ਕੇ ਰਹਿੰਦੇ ਸੀਗੇ। ਪਰਿਵਾਰ ਦਾ ਮੁਖੀ ਜਿਹੜਾ ਉਹ ਹੈੱਡ ਹੁੰਦਾ ਸੀਗਾ, ਯਾਨੀ ਕਿ ਉਸ ਪਰਿਵਾਰ ਦਾ ਜਿਹੜਾ ਕਹਿ ਸਕਦੇ ਹੈਗੇ ਆ ਖਾਸ ਮੈਂਬਰ, ਸਭ ਤੋਂ ਓਲਡ ਏਜ ਜਿਹੜਾ ਉਹ ਮੈਂਬਰ ਹੁੰਦਾ ਸੀਗਾ, ਉਹ ਸਾਰੀ ਕੰਟਰੋਲ ਕਰਦਾ ਸੀ। ਇਸ ਤਰ੍ਹਾਂ ਦੀ ਸਥਿਤੀ ਵੀ ਜਿਹੜੀ ਹੈ ਉਹ ਚੰਗੀ ਸੀਗੀ। ਇਹ ਸਾਰਾ ਸੋਸ਼ਲ ਲਾਈਫ ਸੀਗਾ। ਇਸ ਤੋਂ ਇਲਾਵਾ ਪ੍ਰਮੁੱਖ ਪੁਆਇੰਟ ਇਸ ਦੇ ਵਿੱਚ ਹੈ ਕਿ ਉਹਨਾਂ ਦੇ ਮਨੋਰੰਜਨ ਦੇ ਸਾਧਨ ਕੀ ਸੀਗੇ। ਤਾਂ ਮਨੋਰੰਜਨ ਦੇ ਸਾਧਨ ਦੇ ਵਿੱਚ ਸਭ ਤੋਂ ਵੱਧ ਉਹ ਸ਼ੌਕੀਨ ਸੀਗੇ ਸ਼ਤਰੰਜ ਖੇਡਣ ਦੇ। ਤਾਂ ਸਿੰਧੂ ਘਾਟੀ ਦੇ ਲੋਕ ਜਿਹੜੇ ਸੀਗੇ ਉਹ ਸਭ ਤੋਂ ਵੱਧ ਸ਼ਤਰੰਜ ਖੇਡਣਾ ਪਸੰਦ ਕਰਦੇ ਸੀ। ਇਸ ਦੇ ਬੜੇ ਸ਼ੌਕੀਨ ਉਹ ਮੰਨੇ ਜਾਂਦੇ ਸੀਗੇ। ਇਹਨਾਂ ਤੋਂ ਇਲਾਵਾ ਉਹ ਸ਼ਿਕਾਰ ਖੇਡਣਾ, ਮੱਛੀਆਂ ਫੜਨਾ, ਪੰਛੀ ਨੂੰ ਪਾਲਣਾ, ਜਾਨਵਰਾਂ ਦੀ ਲੜਾਈਆਂ ਦੇਖਣਾ, ਸੰਗੀਤ ਦੇ ਨਾਲ ਨਾਲ ਉਹ ਨਾਚ ਦੇ ਵਿੱਚ ਵੀ ਦਿਲਚਸਪੀ ਲੈਂਦੇ ਸੀ। ਬਟ ਸਭ ਤੋਂ ਇੰਪੋਰਟੈਂਟ ਹੈ ਕਿ ਸ਼ਤਰੰਜ ਖੇਡਦੇ ਸੀ। ਠੀਕ ਹੈ। ਇਸ ਤੋਂ ਇਲਾਵਾ ਸੋਸ਼ਲ ਲਾਈਫ ਦੇ ਵਿੱਚ ਹੀ ਆਉਂਦਾ ਕਿ ਜਿਹੜੇ ਮੁਰਦੇ ਸੀ ਉਹਨਾਂ ਦਾ ਸੰਸਕਾਰ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਕਰਦੇ ਸੀਗੇ। ਅਤੇ ਇਸ ਦੇ ਲਈ ਉਹ 3 ਢੰਗ ਪ੍ਰਚਲਿਤ ਸੀਗੇ ਉਸ ਸਮੇਂ ਦੇ ਵਿੱਚ। ਸੋ ਇੱਕ ਤਾਂ ਇਹ ਸੀ ਕਿ ਮੁਰਦਿਆਂ ਨੂੰ ਜਿਹੜਾ ਹੈ ਸਾੜ ਦਿੱਤਾ ਜਾਂਦਾ ਸੀ ਅਤੇ ਸਾੜਨ ਤੋਂ ਬਾਅਦ ਜਿਹੜੀ ਉਸਦੀ ਰਾਖ ਸੀਗੀ ਉਸ ਨੂੰ ਭਾਂਡੇ ਦੇ ਵਿੱਚ ਪਾ ਕੇ ਦਬਾ ਦਿੱਤਾ ਜਾਂਦਾ ਸੀਗਾ। ਦੂਸਰਾ ਸੀਗਾ ਕਿ ਕਈ ਵਾਰ ਉਹ ਮੁਰਦੇ ਨੂੰ ਜ਼ਮੀਨ ਦੇ ਵਿੱਚ ਜਿਹੜਾ ਗੱਡ ਦਿੰਦੇ ਸੀਗੇ, ਜਾਣੀ ਕਿ ਜਦੋਂ ਡੈਥ ਹੋ ਜਾਂਦੀ ਸੀ ਤਾਂ ਦਬਾ ਦਿੱਤਾ ਜਾਂਦਾ ਸੀ ਮੀਨਜ਼ ਉਸ ਨੂੰ ਸਿੱਧਾ ਹੀ। ਓਕੇ। ਔਰ ਇਸ ਤੋਂ ਇਲਾਵਾ ਤੀਸਰਾ ਸਾਧਨ ਇਹ ਸੀਗਾ ਕਿ ਉਹ ਮੁਰਦੇ ਨੂੰ ਜਿਹੜਾ ਹੈ, ਜਿਹੜੀ ਮੁਰਦੇ ਦੀ ਲਾਸ਼ ਸੀਗੀ ਉਸ ਨੂੰ ਕਿਸੇ ਖੁੱਲ੍ਹੀ ਜਗ੍ਹਾ ਦੇ ਉੱਪਰ ਸੁੱਟ ਦਿੰਦੇ ਸੀਗੇ ਅਤੇ ਜਦੋਂ ਉਸ ਦਾ ਪਿੰਜਰ ਰਹਿ ਜਾਂਦਾ ਸੀ ਤਾਂ ਉਸ ਨੂੰ ਬਾਅਦ ਦੇ ਵਿੱਚ ਉਹ ਦਬਾ ਦਿੰਦੇ ਸੀਗੇ। ਤਾਂ ਇਹ 3 ਜਿਹੜੇ ਕਹਿ ਸਕਦੇ ਹਾਂ ਤਰੀਕੇ ਸੀ ਜਿਨ੍ਹਾਂ ਦੇ ਨਾਲ ਮੁਰਦਿਆਂ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਜਾਂਦਾ ਸੀ। ਓਕੇ। ਨੈਕਸਟ ਹੈ ਕਲਾ। ਸੋ ਕਲਾ ਦੇ ਪੱਖੋਂ ਵੀ ਜਿਹੜਾ ਕਹਿ ਸਕਦੇ ਹਾਂ ਕਾਫੀ ਫੇਮਸ ਸੀਗੇ। ਸੋ ਸਭ ਤੋਂ ਪਹਿਲਾਂ ਹੁੰਦਾ ਹੈ ਮੂਰਤੀ ਕਲਾ ਦੇ ਵਿੱਚ। ਤਾਂ ਮੂਰਤੀਆਂ ਜਿਹੜੀਆਂ ਸੀਗੀਆਂ ਉਹ ਜ਼ਿਆਦਾਤਰ ਟੈਰਾਕੋਟ ਯਾਨੀ ਕਿ ਪੱਕੀ ਮਿੱਟੀ ਜਾਂ ਧਾਤੂ ਦੀਆਂ ਬਣਾਈਆਂ ਜਾਂਦੀਆਂ ਸੀਗੀਆਂ। ਜਿੰਨੀਆਂ ਵੀ ਮੂਰਤੀਆਂ ਮਿਲਦੀਆਂ ਨੇ ਉਹ ਪੱਥਰ, ਟੈਰਾਕੋਟ, ਪੱਕੀ ਮਿੱਟੀ ਜਿਸ ਨੂੰ ਕਿਹਾ ਜਾਂਦਾ ਹੈ, ਇਸ ਤੋਂ ਇਲਾਵਾ ਧਾਤੂ ਦੀਆਂ ਬਣਾਈਆਂ ਜਾਂਦੀਆਂ ਸੀ। ਔਰ ਇਸੇ ਮੂਰਤੀ ਕਲਾ ਦੇ ਵਿੱਚ ਇੱਕ ਐਗਜ਼ਾਮਪਲ ਮਿਲਦੀ ਹੈ ਜੋ ਕਿ ਮੋਹਨਜੋਦੜੋ ਦੇ ਵਿਖੇ ਮਿਲੀ ਸੀਗੀ, ਜੋ ਕਿ ਇੱਕ ਦਾੜੀ ਵਾਲੇ ਵਿਅਕਤੀ ਦੀ ਮੂਰਤੀ ਸੀਗੀ। ਬਹੁਤ ਜ਼ਿਆਦਾ ਇਫੈਕਟਿਵ ਹੈਗੀ ਆ, ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈਗੀ। ਸੇਮ ਮੂਰਤੀ ਜਿਹੜੀ ਹੈ ਮੋਹਨਜੋਦੜੋ ਵਿਖੇ ਮਿਲੀ ਸੀਗੀ ਔਰ ਇਹ ਮੂਰਤੀ ਸਫੇਦ ਪੱਥਰ ਦੀ ਬਣੀ ਹੋਈ ਹੈ, ਜਿਹਦੇ ਉੱਪਰ ਬਿਲਕੁਲ ਐਗਜ਼ੈਕਟ ਜਿਵੇਂ ਸੱਚਮੁੱਚ ਦਾ ਕੋਈ ਪਰਸਨ ਹੁੰਦਾ ਹੈ ਉਸ ਤਰੀਕੇ ਦੇ ਨਾਲ ਇਹ ਦਿਖਾਈ ਦਿੰਦਾ ਹੈਗਾ। ਜਿਸ ਦੀ ਹਾਈਟ ਜਿਹੜੀ ਹੈ ਉਹ 17.5 ਸੈਂਟੀਮੀਟਰ ਹੈਗੀ ਇਸ ਦੀ ਹਾਈਟ। ਔਰ ਇਸਨੇ ਆਪਣੇ ਸਰੀਰ ਦੇ ਉੱਪਰ ਇੱਕ ਸ਼ਾਲ ਜਿਹੜਾ ਸ਼ਾਲ ਹੈ ਉਹ ਲਪੇਟਿਆ ਹੋਇਆ ਹੈ, ਜਿਸ ਦੇ 3 ਪੱਤਿਆਂ ਦਾ ਜਿਹੜਾ ਡਿਜ਼ਾਈਨ ਹੈ ਉਹ ਬਣਿਆ ਹੋਇਆ ਹੈ। ਤੁਸੀਂ ਦੇਖ ਸਕਦੇ ਹੈਗੇ ਹੋ ਸ਼ਾਲ ਬਣਿਆ ਹੈ, ਉਹਦੇ ਉੱਪਰ 3 ਪੱਤਿਆਂ ਦਾ ਜਿਹੜਾ ਹੈ ਇਸ ਤਰੀਕੇ ਦੇ ਨਾਲ ਫੁੱਲ ਵੀ ਬਣਿਆ ਹੋਇਆ ਹੈਗਾ।
ਸੋ ਇਹ ਬਿਲਕੁਲ ਐਗਜ਼ੈਕਟ ਉਸੇ ਤਰੀਕੇ ਦੇ ਨਾਲ ਦਿਖਾਈ ਦਿੰਦਾ ਹੈ। ਦਾੜੀ ਵੀ ਸੇਮ ਦਿਖਾਈ ਦਿੰਦੀ ਹੈਗੀ ਆ, ਔਰ ਇਸ ਤੋਂ ਇਲਾਵਾ ਅੱਖਾਂ ਅੱਧੀਆਂ ਬੰਦ ਅਤੇ ਅੱਧੀਆਂ ਖੁੱਲ੍ਹੀਆਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਦਿਖਾਈਆਂ ਗਈਆਂ ਨੇ, ਜੋ ਕਿ ਉੱਚ ਕੋਟੀ ਦਾ ਜਿਹੜਾ ਕਹਿ ਸਕਦੇ ਹਾਂ ਮੂਰਤੀ ਕਲਾ ਨੂੰ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਮੋਹਨਜੋਦੜੋ ਤੋਂ ਹੀ ਇੱਕ ਕਾਂਸੀ ਦੀ ਨਰਤਕੀ ਦੀ ਜਿਹੜੀ ਮੂਰਤੀ ਹੈ ਮਿਲੀ ਸੀਗੀ, ਸੋ ਵੀ ਕਾਫੀ ਫੇਮਸ ਹੈਗੀ, ਜੋ ਕਿ ਉਹਨਾਂ ਦੀ ਕਲਾ ਨੂੰ ਪੇਸ਼ ਕਰਦੀ ਹੈਗੀ ਆ। ਓਕੇ, ਨੈਕਸਟ ਹੈ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ। ਸੋ ਇਹਦੇ ਵਿੱਚ ਵੀ ਕਾਫੀ ਮਾਹਿਰ ਸੀਗੇ। ਸੋ ਭਾਂਡੇ ਜਿਹੜੇ ਸੀ ਉਹ ਜ਼ਿਆਦਾਤਰ ਮਿੱਟੀ ਦੇ ਬਣਾਏ ਜਾਂਦੇ ਸੀ ਪੱਕੀ ਦੇ, ਬਟ ਤਾਂਬੇ ਅਤੇ ਕਾਂਸੇ ਦੇ ਵੀ ਕਿਤੇ ਕਿਤੇ ਜਿਹੜੇ ਹੈ ਦੇਖਣ ਨੂੰ ਮਿਲਦੇ ਨੇ। ਔਰ ਭਾਂਡਿਆਂ ਨੂੰ ਬਣਾਉਣ ਦੇ ਲਈ ਜਿਹੜਾ ਹੈ ਉਹ ਚਾਕ ਦੇ ਉੱਤੇ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਸੀ, ਯਾਨੀ ਕਿ ਚਾਕ ਰਾਹੀਂ ਬਣਾਇਆ ਜਾਂਦਾ ਸੀਗਾ। ਓਕੇ, ਐਂਡ ਇਸ ਤੋਂ ਇਲਾਵਾ ਗਹਿਣੇ ਬਣਾਉਣ ਦੀ ਕਲਾ ਦੇ ਵਿੱਚ ਵੀ ਉਹ ਮਾਹਿਰ ਸੀਗੇ। ਸੋਨਾ, ਚਾਂਦੀ, ਕੀਮਤੀ ਪੱਥਰ, ਤਾਂਬੇ, ਘੁੱਗੇ, ਹੱਡੀਆਂ ਅਤੇ ਹਾਥੀ ਦੰਦਾਂ ਦੇ ਜਿਹੜੇ ਗਹਿਣੇ ਨੇ ਉਹ ਬਣਾਉਂਦੇ ਹੁੰਦੇ ਸੀਗੇ। ਠੀਕ ਹੈ, ਔਰ ਮਣਕਿਆਂ ਨੂੰ ਪਰੋ ਕੇ ਉਸ ਤੋਂ ਮਾਲਾ ਵੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਸੀਗੀ। ਨੈਕਸਟ ਆਉਂਦਾ ਹੈ ਮੋਹਰਾਂ, ਇਹਨੂੰ ਸੀਲਸ ਕਿਹਾ ਜਾਂਦਾ ਹੈ। ਸੋ ਕੇਵਲ ਮੋਹਨਜੋਦੜੋ ਦੇ ਵਿੱਚੋਂ ਹੀ 1200 ਦੇ ਕਰੀਬ ਜਿਹੜੀਆਂ ਮੋਹਰਾਂ ਮਿਲੀਆਂ ਸੀ, ਔਰ ਪੂਰੇ ਇੰਡੀਅਨ ਸਿਵਲਾਈਜੇਸ਼ਨ ਦੀਆਂ ਬਹੁਤ ਸਾਰੀਆਂ ਸੀ, ਬਟ ਮੋਹਨਜੋਦੜੋ ਤੋਂ ਹੀ ਤਕਰੀਬਨ 1200 ਮੋਹਰਾਂ ਮਿਲੀਆਂ ਸੀਗੀਆਂ। ਸੋ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਸਾਈਨ ਜਿਹੜੇ ਆ ਉਹ ਦੇਖਣ ਨੂੰ ਮਿਲੇ ਨੇ। ਇਹ ਮੋਹਰਾਂ ਪੱਕੀ ਮਿੱਟੀ, ਚੂਨੇ ਜਾਂ ਹਾਥੀ ਦੇ ਦੰਦਾਂ ਦੀਆਂ ਬਣਾਈਆਂ ਹੁੰਦੀਆਂ ਸੀਗੀਆਂ, ਜਿੰਨੀਆਂ ਵੀ ਬਣਦੀਆਂ ਸੀਗੀਆਂ, ਔਰ ਇਹਨਾਂ ਦੇ ਉੱਪਰ ਮਨੁੱਖਾਂ, ਪਸ਼ੂਆਂ ਅਤੇ ਰੁੱਖਾਂ ਦੇ ਜਿਹੜੇ ਨਮੂਨੇ ਆ ਉਹ ਦੇਖਣ ਨੂੰ ਮਿਲਦੇ ਸੀਗੇ। ਯਾਨੀ ਕਿ ਉਸ ਸਮੇਂ ਦੇ ਵਿੱਚ ਜੋ ਚੀਜ਼ਾਂ ਪ੍ਰਚਲਿਤ ਸੀਗੀਆਂ, ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ ਜਾਂ ਜ਼ਿਆਦਾ ਫੇਮਸ ਸੀਗੀਆਂ, ਉਹਨਾਂ ਦੀਆਂ ਡਾਇਗਰਾਮਸ ਜਿਹੜੀਆਂ ਇਸ ਦੇ ਉੱਪਰ ਬਣੀਆਂ ਹੋਈਆਂ ਸੀ। ਜ਼ਿਆਦਾਤਰ ਜਾਨਵਰਾਂ ਦੇ ਵਿੱਚ ਇੱਕ ਸਿੰਗ ਵਾਲੇ ਪਸ਼ੂ, ਛੋਟੇ ਸਿੰਗਾਂ ਵਾਲੇ ਸਾਨ, ਸ਼ੇਰ, ਹਾਥੀ, ਬਾਰਾਂਸਿੰਗੇ ਇਹਨਾਂ ਦੇ ਨਮੂਨੇ ਮਿਲਦੇ ਨੇ। ਇਸ ਤੋਂ ਇਲਾਵਾ ਮਨੁੱਖ, ਪਸ਼ੂ ਅਤੇ ਰੁੱਖ ਵੀ ਜਿਹੜੇ ਹੈ ਕਿਤੇ ਕਿਤੇ ਕਿਸੇ ਨਾ ਕਿਸੇ ਸਿੱਕੇ ਦੇ ਉੱਪਰ ਦੇਖਣ ਨੂੰ ਮਿਲਦੇ ਹੈਗੇ ਨੇ ਗੇ। ਓਕੇ, ਨੈਕਸਟ ਹੈਗਾ ਗਾ ਲਿਪੀ। ਸੋ ਸਿੱਧੂ ਘਾਟੀ ਦੇ ਲੋਕ ਸੀਗੇ ਜਿਹੜੇ ਉਹ ਲਿਖਣ ਦੀ ਕਲਾ ਤੋਂ ਜਿਹੜਾ ਵਾਕਫ ਸੀਗੇ, ਲਿਖਣਾ ਵੀ ਜਾਣਦੇ ਸੀਗੇ, ਬਟ ਉਹਨਾਂ ਦੀ ਜਿਹੜੀ ਲਿਪੀ ਸੀਗੀ ਸੋ ਅੱਜ ਦੀ ਤਰ੍ਹਾਂ ਦੀ ਲਿਪੀ ਨਹੀਂ ਸੀਗੀ। ਸੋ ਇਹ ਲਿਪੀ ਜਿਹੜੀ ਸੀ ਉਹ ਚਿੱਤਰਮਈ ਸੀਗੀ, ਯਾਨੀ ਕਿ ਚਿੱਤਰਾਂ ਦੇ ਰੂਪ ਦੇ ਵਿੱਚ ਬਣਾਇਆ ਜਾਂਦਾ ਸੀ, ਜਿਸ ਨੂੰ ਸਿਰਫ ਉਹੀ ਰੀਡ ਕਰ ਸਕੇ ਨੇ। ਅੱਜ ਤੱਕ ਉਸ ਨੂੰ ਕੋਈ ਹੋਰ ਜਿਹੜਾ ਰੀਡ ਨਹੀਂ ਕਰ ਸਕਿਆ। ਅਗਰ ਅਸੀਂ ਉਸ ਬਾਰੇ ਪੜ੍ਹ ਲੈਂਦੇ ਹਾਂ ਤਾਂ ਸਾਨੂੰ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈ ਸਿੱਧੂ ਘਾਟੀ ਦੀ ਸੱਭਿਅਤਾ ਦੇ ਬਾਰੇ ਮਿਲ ਸਕਦੀ ਹੈਗੀ। ਓਕੇ, ਸੋ ਲਿਪੀ ਦੇ ਵਰਣਨ ਦੀ ਗੱਲ ਕਰੀਏ, ਕੁੱਲ ਸ਼ਬਦ ਜਿਹੜੇ ਉਸ 'ਤੇ ਸੀਗੇ ਸੋ ਉਹ 270 ਸੀਗੇ, ਜੋ ਕਿ ਚਿੱਤਰਾਂ ਦੇ ਰੂਪ ਦੇ ਵਿੱਚ ਮਿਲਦੇ ਨੇ। ਵੈਰੀ ਵੈਰੀ ਇੰਪੋਰਟੈਂਟ ਹੈ। ਓਕੇ, ਚਿੱਤਰਮਈ ਲਿਪੀ ਸੀਗੀ, ਔਰ ਇਹ ਲਿਪੀ ਸੀਗੀ ਜਿਹੜੀ ਸੱਜੇ ਤੋਂ ਖੱਬੇ ਪਾਸੇ ਨੂੰ ਲਿਖੀ ਜਾਂਦੀ ਸੀਗੀ। ਅਸੀਂ ਜਿਹੜਾ ਲਿਖਦੇ ਹਾਂ ਉਹ ਖੱਬੇ ਤੋਂ ਸੱਜੇ ਲਿਖਦੇ ਹਾਂ, ਬਟ ਇਹ ਲਿਪੀ ਜਿਹੜੀ ਸੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀਗੀ। ਓਕੇ, ਸੋ ਅੱਜ ਤੱਕ ਇਸ ਲਿਪੀ ਨੂੰ ਕੋਈ ਨਹੀਂ ਪੜ੍ਹ ਸਕਿਆ, ਬਟ 1992 ਦੇ ਵਿੱਚ ਦੋ ਵਿਅਕਤੀ ਸੀਗੇ, NK ਵਰਮਾ ਅਤੇ ਅਰੁਣ ਪਾਠਕ। ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਉਹ ਇਸ ਭਾਸ਼ਾ ਨੂੰ ਪੜ੍ਹਨ ਦੇ ਯੋਗ ਹਨ, ਬਟ ਹਾਲੇ ਤੱਕ ਉਸ ਦੀ ਜਿਹੜੀ ਪੁਸ਼ਟੀ ਹੈ ਉਹ ਨਹੀਂ ਹੋ ਪਾਈ ਹੈਗੀ। ਓਕੇ, ਨੈਕਸਟ ਹੈ ਸਿੱਧੂ ਘਾਟੀ ਦੀ ਸੱਭਿਅਤਾ ਦੇ ਪਤਨ ਦਾ ਕਾਰਨ। ਸੋ ਸਿੱਧੂ ਘਾਟੀ ਦੀ ਸੱਭਿਅਤਾ ਬਹੁਤ ਜ਼ਿਆਦਾ ਡਿਵੈਲਪਡ, ਬਹੁਤ ਜ਼ਿਆਦਾ ਜਿਹੜੀ ਕਹਿ ਸਕਦੇ ਹਾਂ ਮਾਡਰਨ ਟਾਈਪ ਦੀ, ਜਿਵੇਂ ਕਿ ਅੱਜ ਸਾਡੇ ਕੋਲ ਵਿਕਸਿਤ ਸਾਧਨ ਉਸ ਤਰ੍ਹਾਂ ਦੀ ਸੀਗੀ। ਸੋ ਫਿਰ ਵੀ ਉਸ ਦਾ ਜਿਹੜਾ ਪਤਨ ਹੋਇਆ, ਸੋ ਉਸ ਪਤਨ ਦੇ ਪਿੱਛੇ ਕਿਹੜੇ ਕਾਰਨ ਜਿਹੜੇ ਨੇ ਉਹ ਰਿਸਪੋਂਸੀਬਲ ਨੇ। ਸੋ ਪਹਿਲਾ ਸੀ ਕਿ ਆਰੀਆ ਦੇ ਹਮਲੇ। ਸੋ ਆਰੀਆ ਲੋਕਾਂ ਨੇ ਜਿਹੜਾ ਹੈ ਸਿੱਧੂ ਘਾਟੀ ਦੇ ਲੋਕਾਂ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ, ਜਿਸ ਦੇ ਕਾਰਨ ਇੱਥੋਂ ਦੇ ਲੋਕ ਜਿਹੜੇ ਹੈ ਇਸ ਸਥਾਨ ਨੂੰ ਛੱਡ ਕੇ ਦੂਸਰੇ ਸਥਾਨਾਂ ਦੇ ਵਿੱਚ ਚਲੇ ਗਏ ਸੀਗੇ, ਜਿਹਦੇ ਕਾਰਨ ਕਰਕੇ ਇਸ ਸੱਭਿਅਤਾ ਦਾ ਪਤਨ ਹੋ ਗਿਆ ਸੀਗਾ। ਦੂਸਰਾ ਹੈ ਹੜ੍ਹਾਂ ਦੇ ਕਾਰਨ। ਸੋ ਧਿਆਨ ਰੱਖਣਾ ਕਿ ਕਾਫੀ ਸਾਰੇ ਫੈਕਟਰ ਨੇ, ਬਟ ਜ਼ਿਆਦਾਤਰ ਜਿਹੜਾ ਹੈ ਹੜ੍ਹ ਦੇ ਕਾਰਨ ਮੰਨਿਆ ਜਾਂਦਾ ਹੈ। ਠੀਕ ਹੈ, ਔਰ ਕਿਤੇ ਕਿਤੇ ਆਰੀਆ ਬਾਰੇ ਵੀ ਜਿਹੜਾ ਮੰਨ ਲਿਆ ਜਾਂਦਾ ਹੈ, ਬਟ ਕੁਐਸਚਨ ਦੇ ਵਿੱਚ ਜ਼ਿਆਦਾਤਰ ਹੜ੍ਹ ਹੀ ਆਉਂਦਾ ਹੁੰਦਾ ਹੈ। ਓਕੇ, ਤਾਂ ਹੜ੍ਹ ਆ ਗਏ ਸੀਗੇ ਸਿੰਧ ਨਦੀ ਦੇ ਵਿੱਚ, ਜਿਹਦੇ ਕਾਰਨ ਕਰਕੇ ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਵਿੱਚ, ਜਿਹਦੇ ਕਾਰਨ ਕਰਕੇ ਇਸ ਖੇਤਰ ਦੇ ਸਾਰੇ ਖੇਤਰ ਜਿਹੜੇ ਆ ਉਹ ਤਬਾਹ ਹੋ ਗਏ ਸੀਗੇ, ਅਤੇ ਇਸ ਤਰ੍ਹਾਂ ਹੌਲੀ ਹੌਲੀ ਜਿਹੜੀ ਹੈ ਇਸ ਸੱਭਿਅਤਾ ਦਾ ਪਤਨ ਹੋ ਗਿਆ ਸੀਗਾ। ਨੈਕਸਟ ਹੈ ਭੂਚਾਲ। ਕੁਛ ਲੋਕ ਜਾਂ ਕੁਛ ਵਿਦਵਾਨ ਇਹ ਵੀ ਮੰਨਦੇ ਨੇ ਕਿ ਇਸ ਖੇਤਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਭੂਚਾਲ ਆਏ, ਜਿਸ ਦੇ ਨਾਲ ਇਹ ਸਾਰੀ ਸੱਭਿਅਤਾ ਬਿਲਕੁਲ ਨਸ਼ਟ ਹੋ ਚੁੱਕੀ ਸੀਗੀ। ਔਰ ਇਸ ਤੋਂ ਇਲਾਵਾ ਇੱਕ ਅੱਗ ਦਾ ਵੀ ਵਿਚਾਰ ਹੈ ਕਿ ਇਸ ਖੇਤਰ ਦੇ ਵਿੱਚ ਜਿਹੜਾ ਹੈ ਅੱਗ ਫੈਲ ਗਈ ਸੀ, ਜੰਗਲਾਂ ਦੇ ਵਿੱਚ ਲੱਗ ਗਈ ਸੀ, ਜਿਹਦੇ ਕਾਰਨ ਕਰਕੇ ਇਹ ਸੱਭਿਅਤਾ ਜਲ ਕੇ ਰਾਖ ਹੋ ਗਈ ਸੀਗੀ। ਪੰਜਵਾਂ ਫੈਕਟਰ ਹੈ ਜਲਵਾਯੂ, ਕਲਾਈਮੇਟ ਚੇਂਜ। ਸੋ ਕਲਾਈਮੇਟ ਚੇਂਜ ਹੋਣ ਦੇ ਨਾਲ ਵੀ ਜਿਹੜਾ ਹੈ ਮੰਨਦੇ ਹੈਗੇ ਨੇ ਕਿ ਸਿੱਧੂ ਘਾਟੀ ਦੀ ਸੱਭਿਅਤਾ ਦੀ ਬਰਬਾਦੀ ਹੋ ਚੁੱਕੀ ਸੀਗੀ। ਓਕੇ, ਔਰ ਅਗਲਾ ਸਥਾਨ ਹੈ ਮਹਾਂਮਾਰੀ ਦਾ। ਸੋ ਮਹਾਂਮਾਰੀ ਜਿਹੜੀ ਹੈ ਇਸ ਸਮੇਂ ਦੇ ਵਿੱਚ ਮੰਨੀ ਗਈ ਹੈ ਐਪੀਡੈਮਿਕ, ਕਿ ਇਸ ਸਮੇਂ ਦੇ ਵਿੱਚ ਪਲੇਗ ਜਾਂ ਮਲੇਰੀਆ ਦੀ ਜਿਹੜੀ ਬਿਮਾਰੀ ਆ ਉਹ ਫੈਲ ਗਈ ਸੀ, ਜਿਸ ਦੇ ਕਾਰਨ ਸਿੱਧੂ ਘਾਟੀ ਦੀ ਸੱਭਿਅਤਾ ਦਾ ਪਤਨ ਹੋ ਗਿਆ ਸੀ। ਧਿਆਨ ਰੱਖਣਾ, ਠੀਕ ਹੈ। ਸੋ ਵੈਰੀ ਵੈਰੀ ਇੰਪੋਰਟੈਂਟ ਹੈ ਪਲੇਗ ਅਤੇ ਮਲੇਰੀਆ ਵਾਲੀ, ਔਰ ਇਸ ਤੋਂ ਇਲਾਵਾ ਹੜ੍ਹ, ਇਹਨਾਂ ਦੇ ਕਾਰਨ। ਔਰ ਹੜ੍ਹ ਕਿਹੜੀ ਨਦੀ ਦੇ ਵਿੱਚ ਆਉਂਦੀ ਸੀ? ਸਿੰਧ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਵਿੱਚ, ਜਿਹਦੇ ਕਾਰਨ ਕਰਕੇ ਇਸ ਸੱਭਿਅਤਾ ਦਾ ਪਤਨ ਹੋ ਗਿਆ ਸੀ। ਓਕੇ, ਸੋ ਨੈਕਸਟ ਹੈ ਲਾਸਟ ਪੁਆਇੰਟ ਇਸ ਦੇ ਵਿੱਚ ਕਿ ਸਿੱਧੂ ਘਾਟੀ ਦੀ ਸੱਭਿਅਤਾ ਦੀ ਦੇਣ ਕੀ ਹੈ, ਲੈਗੈਂਸੀ ਆਫ ਇੰਡਸ ਸਿਵਲਾਈਜੇਸ਼ਨ। ਸੋ ਸਾਨੂੰ ਜੋ ਕਿ ਅੱਜ ਦੀ ਸਾਡੀ ਦੁਨੀਆ ਹੈ, ਅਸੀਂ ਇੰਡਸ ਸਿਵਲਾਈਜੇਸ਼ਨ ਤੋਂ ਕੀ ਸਿੱਖਿਆ ਅਤੇ ਕੀ ਜਿਹੜਾ ਹੈ ਅਚੀਵ ਕੀਤਾ ਹੈ, ਉਸ ਬਾਰੇ ਹੈ।
ਸੋ ਇਸ ਦੇ ਵਿੱਚੋਂ ਹੀ, ਇਸ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਹੀ ਅਸੀਂ ਯੋਜਨਾਬੰਦ ਢੰਗ ਦੇ ਨਾਲ ਸ਼ਹਿਰ ਨਿਰਮਾਣ ਕਰਨ ਦੀ ਜਿਹੜੀ ਸਿੱਖਿਆ ਹੈ ਉਹ ਲਈ ਹੈ। ਸੋ ਜਿੰਨੇ ਵੀ ਸਾਡੇ ਸ਼ਹਿਰ ਨੇ ਜ਼ਿਆਦਾਤਰ ਮੋਸਟਲੀ ਇਹਨਾਂ ਤੋਂ ਕਾਪੀ ਕੀਤੇ ਗਏ ਨੇ। ਹਾਲਾਂਕਿ ਨਵੀਂ ਨਵੀਂ ਜਿਹੜੀਆਂ ਟੈਕਨੋਲੋਜੀਜ਼ ਆ ਰਹੀਆਂ ਨੇ, ਬਟ ਇਹ ਸੱਭਿਅਤਾ ਦੀ ਸਭ ਤੋਂ ਪਹਿਲੀ ਦੇਣ ਸੀ ਕਿ ਨਵੇਂ ਤਰੀਕੇ ਦੇ ਨਾਲ ਢੰਗ ਨਾਲ ਸ਼ਹਿਰ ਬਣਾਏ ਜਾਣ। ਓਕੇ, ਇਸ ਤੋਂ ਇਲਾਵਾ ਹੜ੍ਹਾਂ ਦੀ ਸੰਭਾਵਨਾ ਦਾ ਪਤਾ ਲਗਾਉਣਾ ਅਤੇ ਉਸ ਨੂੰ ਕੰਟਰੋਲ ਕਰਨ ਦੀ ਜਿਹੜੀ ਕਲਾ ਹੈ ਉਹ ਵੀ ਅਸੀਂ ਇਹਨਾਂ ਤੋਂ ਸਿੱਖੀ ਹੈਗੀ। ਇਸ ਤੋਂ ਇਲਾਵਾ ਵਪਾਰ ਦੇ ਲਈ ਬੈਲ ਗੱਡੀਆਂ ਅਤੇ ਕਿਸ਼ਤੀਆਂ ਦੀ ਵਰਤੋਂ ਵੀ ਜਿਹੜੀ ਹੈ ਉਹ ਅਸੀਂ ਸਿੰਧੂ ਘਾਟੀ ਦੇ ਲੋਕਾਂ ਤੋਂ ਹੀ ਸਿੱਖੀ ਸੀਗੀ, ਜੋ ਅੱਜ ਦੇ ਸਮੇਂ ਦੇ ਵਿੱਚ ਵੀ ਯੂਜ਼ ਹੁੰਦੀਆਂ ਸੀ ਕਾਫੀ ਸਮਾਂ ਪਹਿਲਾਂ। ਓਕੇ, ਇਸ ਤੋਂ ਇਲਾਵਾ ਵਿਸ਼ਵ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਕਪਾਹ ਦੀ ਖੇਤੀ ਜਿਹੜੀ ਹੈ ਉਹ ਵੀ ਇਸ ਸੱਭਿਅਤਾ ਦੀ ਦੇਣ ਹੈ। ਸੋ ਇਸ ਤੋਂ ਪਹਿਲਾਂ ਹੋਰ ਕਿਸੇ ਦੇ ਵਿੱਚ ਨਹੀਂ ਸੀ, ਸਿਰਫ ਸਿੰਧੂ ਘਾਟੀ ਦੀ ਸੱਭਿਅਤਾ ਨੇ ਹੀ ਕਪਾਹ ਦੀ ਜਿਹੜੀ ਖੇਤੀ ਹੈ ਉਹ ਸ਼ੁਰੂ ਕੀਤੀ ਸੀਗੀ। ਇਸ ਤੋਂ ਇਲਾਵਾ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਅਸੀਂ ਮੂਰਤੀ ਕਲਾ, ਚਿੱਤਰਕਲਾ, ਗਹਿਣੇ, ਖਿਡੌਣੇ, ਬਰਤਨ, ਮੋਹਰਾਂ ਇਹ ਬਣਾਉਣ ਦੀ ਕਲਾ ਵੀ ਜਿਹੜੀ ਹੈ ਹਾਸਲ ਕੀਤੀ ਹੈ। ਵਸਤੂਆਂ ਨੂੰ ਤੋਲਣ ਦੇ ਲਈ ਵਰਤੇ ਜਾਂਦੇ ਵੱਟਿਆਂ ਦੀ ਵਰਤੋਂ ਵੀ ਜਿਹੜੀ ਹੈ ਉਹ ਵੀ ਅਸੀਂ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈਤੀ ਹੈਗੀ ਹੈ। ਉੱਥੋਂ ਹੀ ਅਸੀਂ ਉਸ ਚੀਜ਼ ਨੂੰ ਜਿਹੜਾ ਹੈ ਅਪਣਾਇਆ ਹੈ। ਵਿਆਹ ਅਤੇ ਧਾਰਮਿਕ ਤਿਉਹਾਰਾਂ ਦੇ ਉੱਪਰ ਢੋਲ ਵਜਾਉਣਾ, ਸੋ ਵੈਰੀ ਵੈਰੀ ਇੰਪੋਰਟੈਂਟ ਹੈ ਕਿ ਢੋਲ ਵਜਾਉਣ ਦੀ ਜਿਹੜੀ ਪਰੰਪਰਾ ਹੈ ਉਹ ਵੀ ਅਸੀਂ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਹੀ ਲੈਤੀ ਹੈਗੀ ਆ। ਚਰਖਾ ਅਤੇ ਆਟਾ ਪੀਸਣ ਵਾਲੀ ਚੱਕੀ ਬਣਾਉਣ ਦਾ ਢੰਗ ਵੀ ਜਿਹੜਾ ਹੈ ਉਹ ਅਸੀਂ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈਤਾ ਹੈ। ਇਸ ਤੋਂ ਇਲਾਵਾ ਨਦੀਆਂ ਅਤੇ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਦੀ ਪ੍ਰਥਾ, ਖਾਸ ਤੌਰ ਦੇ ਉੱਪਰ ਕਿਸੇ ਜਿਵੇਂ ਕਹਿ ਸਕਦੇ ਹਾਂ ਗੁਰਪੁਰਬ ਆਊਗਾ ਉਸ ਸਮੇਂ ਹੈ ਨਾ, ਅਸੀਂ ਜਾਂਦੇ ਹੈਗੇ ਅਕਸਰ ਨਦੀਆਂ ਜਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਦੀ ਪ੍ਰਕਿਰਿਆ, ਇਹ ਵੀ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਹੀ ਲੈਤੀ ਹੈ। ਸੋ ਕਾਫੀ ਸਾਰੀਆਂ ਜਿਹੜੀਆਂ ਦੇਨਸ ਨੇਗੀਆਂ ਉਹ ਸਾਨੂੰ ਸਿੰਧੂ ਘਾਟੀ ਸੱਭਿਅਤਾ ਦੀਆਂ ਹੈਗੀਆਂ ਨੇ। ਸੋ ਇਹ ਸੀ ਅੱਜ ਦਾ ਸਾਡਾ ਟੌਪਿਕ, ਜਿਸ ਦੇ ਵਿੱਚ ਇੰਡਸ ਸਿਵਲਾਈਜੇਸ਼ਨ ਦੀ ਡਿਸਕਵਰੀ, ਉਸ ਦੇ ਪ੍ਰਮੁੱਖ ਸਥਾਨ, ਉਸ ਦੇ ਦੁਆਰਾ ਜੋ ਸਾਨੂੰ ਯੋਗਦਾਨ ਦਿੱਤਾ ਗਿਆ ਹੈ, ਠੀਕ ਹੈ, ਔਰ ਉਸ ਦੀ ਮੂਰਤੀ ਕਲਾ, ਸੋਸ਼ਲ ਲਾਈਫ, ਇਕਨੋਮਿਕ ਲਾਈਫ ਸਾਰੀ ਨੂੰ ਆਪਾਂ ਡਿਸਕਸ ਕੀਤਾ ਹੈ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ ਇਸ ਤੋਂ ਬਾਅਦ ਜਿਹੜਾ ਹੈ ਨੈਕਸਟ ਪਾਰਟ ਹੋਵੇਗਾ, ਉਸ ਦੇ ਵਿੱਚ ਇਸ 'ਤੇ MCQ ਹੋਣਗੇ ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੇ। ਉਹ ਇਸ ਤੋਂ ਅੱਗੇ ਜਿਹੜੇ ਹੈ ਅਪਲੋਡ ਕਰ ਦਿੱਤੇ ਜਾਣਗੇ ਜਲਦੀ ਹੀ। ਸੋ ਉਮੀਦ ਕਰਦਾ ਹਾਂ ਕਿ ਸਭ ਦੇ ਲਈ ਹੈਲਪਫੁਲ ਰਿਹਾ ਹੋਊਗਾ ਸੈਸ਼ਨ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਮਿਲਣਗੀਆਂ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।